ਸਤਨਾਮ ਵਾਹਿਗੁਰੂ ਸਾਹਿਬ ਜੀ। ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹੀ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੇ। ਹਰ ਕਾ ਸੇਵਕ ਸੋ ਹਰ ਦੇਹਾ, ਭੇਦ ਨ ਜਾਣਹੁ ਮਾਨਸ ਦੇਹਾ। ਜੋ ਜਲ ਤਰੰਗ ਉਠਹਿ ਬਹੁ ਭਾਂਤੀ, ਫਿਰ ਸਲਲੈ ਸਲਲ ਸਮਾਏਦਾ। ਮੈਂ ਅੰਦੁਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਕਰੀਮਾ ਰਹੀਮਾ ਅੱਲਾਹ ਤੂੰ ਗਨੀ, ਹਾਜ਼ਰਾ ਹਜੂਰ ਦਰ ਪੇਸ਼ ਤੂੰ ਮਨੀ। ਦਰਿਆਉ ਤੂੰ ਦੇਹੰਦ ਤੂੰ, ਬਿਸਿਆਰ ਤੂੰ ਤਨੀ। ਦੇਹ ਲੇਕ ਤੂੰ ਦਿਗਰ ਕੋ ਨਹੀਂ। ਤੂੰ ਦਾਨਾ ਤੂੰ ਬੀਨਾ, ਮੈਂ ਵਿਚਾਰ ਕਿਆ ਕਰੀ। ਨਾਮੇ ਚੇ ਸੁਆਮੀ, ਬਖਸ਼ੰਦ ਤੂੰ ਹਰੀ। ਬੇਸੁਮਾਰ ਅਥਾਹ ਅਗਨਤ ਤੋਲੇ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਖੇਹ ਹੋਈ ਤਉ ਕਿਆ ਪਿਆ, ਜੋ ਉੱਡੇ ਲਾਗੈ ਅੰਗ। ਹਰ ਜਨ ਐਸਾ ਚਾਹੀਐ, ਜੋ ਪਾਨੀ ਸਰਬੰਗ। ਕਬੀਰ ਪਾਨੀ ਹੁਆ ਤਾ ਕਿਆ ਪਿਆ, ਸੀਰਾ ਤਾਤਾ ਹੋਏ। ਹਰ ਜਨ ਐਸਾ ਚਾਹੀਐ, ਜੈਸਾ ਹਰ ਹੀ ਹੋਏ। ਹਰ ਜਨ ਐਸਾ ਚਾਹੀਐ, ਜੈਸਾ ਹਰ ਹੀ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀਨ ਦਇਆਲ ਪਾਤਸ਼ਾਹ ਤਿਨਾਂ ਦੀ ਅਪਾਰ ਰਹਿਮਤ ਹੈ। ਦਇਆ ਬਖਸ਼ਿਸ਼ ਹੈ ਜੋ ਆਪ ਸਭ ਗੁਰਸਿੱਖ ਸਤਸੰਗੀ ਜਨ ਸਤਿਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠ ਕੇ ਸਤਿਗੁਰੂ ਕੀ ਸ਼ਬਦ ਦੀ ਸਾਧਨਾ ਦੇ ਨਾਲ ਮਨ ਬੁੱਧ ਚਿੱਤ ਸੁਰਤ ਕਰਕੇ ਜੁੜਦਿਆਂ ਹੋਇਆਂ ਸਤਿਗੁਰੂ ਕੀ ਬਖਸ਼ਿਸ਼ ਨੂੰ ਮਾਣਦਿਆਂ ਆਪਣੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ, ਸੰਗਤ ਕੋ ਗੁਣ ਬਹੁਤ ਅਧਿਕਾਈ, ਪੜ੍ਹ ਸੂਆ ਗਨਕ ਉਦਾਰੇ। ਸ਼ੁਭ ਭਾਵਨਾ ਦੇ ਨਾਲ ਜਗਿਆਸਾ ਦੇ ਤਹਿਤ ਗਿਆਨ ਦੀ ਚੇਸ਼ਟਾ ਲੈ ਕੇ ਪ੍ਰੀਤ ਨੂੰ ਆਪਣੇ ਹਿਰਦੇ ਦਾ ਰੰਗ ਦੇ ਕੇ ਜਿਹੜੇ ਕਿਸੇ ਵੀ ਤਰ੍ਹਾਂ ਦੀ ਸੰਗਤ ਕਰਦੇ ਹਨ, ਖਾਸ ਕਰਕੇ ਗੁਰੂ ਸ਼ਰਨ ਵਿੱਚ ਜੁੜ ਕੇ ਉਹਨਾਂ ਦਾ ਜੀਵਨ ਨਿਸ਼ਚੈ ਹੀ ਕੰਚਰ ਵਾਂਗ ਸ਼ੁੱਧ ਨਿਰਮਲ ਅਤੇ ਇੱਕ ਨਿਰਮਲ ਸੁਭਾਅ ਵਾਲਾ ਹੋ ਜਾਂਦਾ ਹੈ, ਜਿਹਦੇ ਵਿੱਚੋਂ ਉਹਨਾਂ ਨੂੰ ਗੁਰੂ ਕੀ ਬਖਸ਼ਿਸ਼ ਫਿਰ ਅਨੁਭਵ ਹੁੰਦੀ ਹੈ। ਸੋ ਆਪ ਜੀ ਬੜੇ ਸੁਭਾਗਸ਼ਾਲੀ ਹੋ। ਐਸਾ ਉੱਤਮ ਯਤਨ ਆਪ ਜੀ ਰੋਜ਼ਾਨਾ ਗੁਰੂ ਕਿਰਪਾ ਦੇ ਸਦਕਾ ਗੁਰੂ ਕਿਰਪਾ ਨੂੰ ਮਾਣਦਿਆਂ ਹੋਇਆਂ ਕਰਦੇ ਹੋ ਜੀ। ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਤਿਨਾਂ ਦੇ ਪਾਵਨ ਉਚਾਰਨ ਸ਼ਲੋਕਾਂ ਦੀ ਲੜੀਵਾਰ ਆਪ ਜੀ ਵਿਆਖਿਆ ਸ਼ਰਵਣ ਕਰ ਰਹੇ ਹੋ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੇ ਨਾਲ ਵਿਚਾਰ ਰੂਪ ਵਿੱਚ ਜੋੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਖੇਹ ਹੋਈ ਤਉ ਕਿਆ ਭਇਆ, ਜੋ ਉੱਡ ਲਾਗੇ ਅੰਗ। ਲੜੀਵਾਰ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ ਦੇ ਵਿਸ਼ੇ ਦੇ ਸਨਮੁਖ ਸਾਨੂੰ 4 ਸ਼ਲੋਕਾਂ ਦੁਆਰਾ ਪ੍ਰਭੂ ਵਰਗੇ ਹੋਣ ਦੀ ਸਾਧਨਾ ਸਮਝਾਈ ਸੀ। 2 ਸ਼ਲੋਕਾਂ ਦਾ ਆਪ ਜੀ ਲੜੀਵਾਰ ਵਰਣਨ ਵਿਚਾਰ ਰੂਪ ਦੇ ਵਿੱਚ ਸ਼ਰਵਣ ਕਰ ਚੁੱਕੇ ਹੋ। ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਪ੍ਰਭੂ ਵਰਗੇ ਹੋਣਾ ਹੈ ਅਤੇ ਪ੍ਰਭੂ ਵਰਗੇ ਹੋਣ ਤੋਂ ਪਹਿਲਾਂ ਹਉਮੈ ਤੋਂ ਰਹਿਤ ਹੋਣਾ ਪਏਗਾ, ਅਤੇ ਹਉਮੈ ਦੇ ਰਹਿਤ ਹੋਣ ਤੋਂ ਸਭ ਤੋਂ ਸੁਖੈਨ ਢੰਗ ਹੈ ਕਿ ਨਿਮਰਤਾ ਨੂੰ ਬੜੇ ਸੂਖਮ ਢੰਗ ਦੇ ਨਾਲ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਜਾਵੇ। ਜਿਵੇਂ ਨਿਮਰਤਾ ਦਾ ਇੱਕ ਉਦਾਹਰਣ ਗੁਰਬਾਣੀ 'ਚ ਨਾ ਸਾਨੂੰ ਇਹ ਵੀ ਮਿਲਦਾ ਹੈ। ਗੁਰਬਾਣੀ 'ਚ ਵਾਕ ਨੇ, ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ, ਕਿ ਆਪਣੀ ਹਸਤੀ ਨੂੰ ਅਸਲ ਅਕਾਲ ਪੁਰਖ ਦੇ ਸਾਡੀ ਸਮੱਸਿਆ ਇੱਕ ਜਗ੍ਹਾ ਇੱਥੇ ਵੀ ਪੈਦਾ ਹੋ ਜਾਂਦੀ ਹੈ ਜਦ ਅਸੀਂ ਆਪਣੀ ਹਸਤੀ ਨੂੰ ਦੁਨਿਆਵੀ ਕਿਸਮ ਦੇ ਲੋਕਾਂ ਦੇ ਹੀ ਤੁਲਨਾ 'ਚ ਰੱਖ ਕੇ ਉੱਚਾ ਨੀਵਾਂ ਚੰਗਾ ਮੰਦਾ ਸ਼੍ਰੇਸ਼ਟ ਨਿਚਕ੍ਰਿਸ਼ਟ ਜਿਹੜਾ ਹੈ ਸਮਝਣ ਲੱਗ ਪੈਂਦੇ ਹਾਂ, ਤਾਂ ਉਹਦੇ ਨਾਲ ਕਿਤੇ ਕਿਤੇ ਹਉਮੈ ਪੀੜੀ ਹੋ ਜਾਂਦੀ ਹੈ, ਕਿਤੇ ਕਿਤੇ ਉਹਦਾ ਥੋੜ੍ਹਾ ਸੁਧਾਰ ਵੀ ਹੋ ਜਾਂਦਾ ਹੈ। ਪਰ ਕੇਵਲ ਸਾਨੂੰ ਜਦ ਵੀ ਆਪਣੇ ਜੀਵਨ ਨੂੰ ਵਾਚਣਾ ਹੋਵੇ, ਚਾਹੇ ਧਰਮ ਦੀ ਸ਼ੁੱਧਤਾ ਹੋਵੇ, ਚਾਹੇ ਆਤਮਿਕ ਜੀਵਨ ਦੀ ਕਮਾਈ ਹੋਵੇ, ਚਾਹੇ ਸਾਡੇ ਅਵਗੁਣੀ ਜੀਵਨ ਵੀ ਕਿਉਂ ਨਾ ਹੋਵੇ, ਉਹ ਹਮੇਸ਼ਾ ਅਕਾਲ ਪੁਰਖ ਦੀ ਜਿਹੜੀ ਕਿਰਪਾਲਤਾ ਦਇਆਲਤਾ ਪਵਿੱਤਰਤਾ ਵਿਆਪਕਤਾ ਹੈ ਉਹਦੇ ਸਨਮੁਖ ਰੱਖ ਕੇ ਵਾਚਣਾ ਚਾਹੀਦਾ। ਤਾਂ ਇਸ ਕਰਕੇ ਪ੍ਰਭੂ ਦੇ ਰੂਪ ਅਨੁਸਾਰ ਹੋਣ ਦੇ ਲਈ ਹਉਮੈ ਦਾ ਨਿਵਾਰਨ ਜ਼ਰੂਰੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਨੇ ਪਿਛਲੇ 2 ਸ਼ਲੋਕਾਂ ਵਿੱਚ 2 ਨੁਕਤੇ ਸਮਝਾਏ ਹਨ ਕਿ ਨਿਮਰਤਾ ਦਾ ਪਹਿਲਾ ਸਾਧਨਾ ਕਰਦਿਆਂ ਪਹਿਲਾ ਢੰਗ ਕਿ ਬੋਲ ਕਬੋਲ ਜਰਨਾ ਸ਼ੁਰੂ ਕਰ ਦਿੱਤਾ, ਪਰ ਮਨ 'ਚੋਂ ਕਠੋਰਤਾ ਨਹੀਂ ਗਈ। ਸੁਣ ਲੈਂਦਾ ਹੈ ਪਰ ਮਨ ਦੇ ਵਿੱਚ ਉਹ ਖਟਕਦੇ ਰਹਿੰਦੇ ਹਨ। ਫਿਰ ਹੌਲੀ ਹੌਲੀ ਕੀਤਾ ਕਿ ਖੇਹ ਵਾਂਗ ਹੋ ਗਿਆ, ਮਤਲਬ ਆਪਣੇ ਆਪ ਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ, ਅਤੇ ਮਨ ਦੇ ਜਿਹੜੇ ਹਿੱਸਿਆਂ ਵਿੱਚ ਅਭਿਮਾਨ ਪਿਆ ਹੋਇਆ ਸੀ ਆਪਣੀ ਸੁੰਦਰਤਾ ਦਾ, ਆਪਣੀ ਕਲਾ ਦਾ, ਆਪਣੇ ਸ਼੍ਰੇਸ਼ਟ ਹੋਣ ਦਾ, ਉਸ ਨੂੰ ਵੀ ਹੌਲੀ ਹੌਲੀ ਜਿਹੜਾ ਹੈ ਕੱਢ ਦਿੱਤਾ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਥੋਂ ਤੱਕ ਕਰਦਿਆਂ ਵੀ ਜਿਹੜੀ ਸਾਧਨਾ ਹੈ ਪੂਰੀ ਨਹੀਂ ਹੁੰਦੀ, ਕਿਉਂਕਿ ਹੁਣ ਜੇ ਮਨੁੱਖ ਖੇਹ ਹੀ ਹੋ ਗਿਆ, ਕੋਈ ਹਸਤੀ ਬਾਕੀ ਨਹੀਂ ਬਚੀ,
ਬੜਾ ਬਾਰੀਕ ਕਰ ਲਿਆ ਆਪਣੇ ਆਪ ਨੂੰ। ਇੱਕ ਧੂੜ ਦੇ ਕਿਣਕੇ ਦੇ ਕਣ ਦੀ ਕਿੰਨੀ ਕੁ ਅਹਿਮੀਅਤ ਹੁੰਦੀ ਹੈ। ਪਰ ਭਗਤ ਕਬੀਰ ਸਾਹਿਬ ਜੀ ਇੱਥੇ ਆ ਕੇ ਗੱਲ ਬੜੀ ਬਾਰੀਕ ਕਰ ਦਿੰਦੇ ਨੇ। ਕਹਿੰਦੇ ਇੱਕ ਕਿਣਕੇ ਦੇ ਅੰਦਰ ਵੀ ਅਭਿਮਾਨ ਹੁੰਦਾ ਹੈ। ਜਦੋਂ ਮਨ ਕਾ ਅਭਿਮਾਨ ਕਿਹਾ, ਹੁਣ ਮਨੁੱਖ ਕਹੇਗਾ ਖੇਹ ਦੇ ਅੰਦਰ ਕਿਹੜਾ ਅਭਿਮਾਨ ਹੈ। ਖੇਹ ਦੇ ਅੰਦਰ ਦਾ ਅਭਿਮਾਨ ਹੈ ਕਿ ਹੋ ਗਈ ਹੈ ਖੇਹ, ਪਰ ਕੀ ਹੈ? ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਉੱਡ ਲਾਗੈ ਅੰਗ ਹੋਰ ਕੁਝ ਨਹੀਂ ਕਰ ਸਕਦੀ ਖੇਹ, ਤਾਂ ਉੱਡ ਕੇ ਜਿਹੜੀ ਹੈ ਕਿਸੇ ਨਾ ਕਿਸੇ ਦੇ ਵਸਤਰਾਂ 'ਤੇ ਲੱਗ ਜਾਂਦੀ ਹੈ। ਇਸ ਕਰਕੇ ਵਸਤਰਾਂ ਨੂੰ ਵੀ ਥੋੜ੍ਹਾ ਬਹੁਤਾ ਮੈਲਾ ਕਰਨ ਦੀ ਸੰਭਾਵਨਾ ਰੱਖਦੀ। ਇਸ ਕਰਕੇ ਜਿਨ੍ਹਾਂ ਨੇ ਨਿਮਰਤਾ ਨੂੰ ਧਾਰਨ ਕਰਕੇ ਆਪਣੇ ਮਨ ਦਾ ਅਭਿਮਾਨ ਬੜਾ ਨਿਵਾਰ ਲਿਆ ਅਤੇ ਅਤੀ ਨਿਮਰਤਾ ਦੇ ਸਹਿਤ ਹੋ ਗਏ, ਪੂਰੀ ਦੀ ਪੂਰੀ ਨਿਮਰਤਾ ਟਲ ਗਈ, ਕਿਸੇ ਤਰ੍ਹਾਂ ਦਾ ਨਹੀਂ ਰਿਹਾ, ਤਾਂ ਕਹਿੰਦੇ ਉਸ ਨਿਮਰਤਾ ਦੇ ਵਿੱਚ ਵੀ ਇੱਕ ਪੱਖ ਰਹਿ ਜਾਂਦਾ ਹੈ ਕਿ ਉਹ ਬੜੀ ਰੁੱਖੀ ਲੱਗਣ ਲੱਗ ਪੈਂਦੀ ਹੈ। ਰੁੱਖੀ ਦਾ ਭਾਵ ਕਿ ਫਿਰ ਜਿਹੜੇ ਸੂਖਮ ਸੁਭਾਅ ਦੇ ਲੋਕ ਹੁੰਦੇ ਹਨ, ਉਹ ਬੰਦੇ ਦੀ ਅਤੀ ਨਿਮਰਤਾ ਦੇ ਵਿੱਚੋਂ ਜਿਹੜੀ ਸੂਖਮ ਹਉਮੈ ਚੱਲ ਰਹੀ ਹੁੰਦੀ ਹੈ ਉਹਦੀ ਪਛਾਣ ਕਰ ਲੈਂਦੇ ਹਨ। ਇਸ ਕਰਕੇ ਜਿਹੜਾ ਅਧਿਆਤਮਿਕ ਜਗਤ ਹੈ, ਇਹਦੀਆਂ ਸਮੱਸਿਆ ਆਪੋ ਆਪਣੀਆਂ ਅਵਸਥਾਵਾਂ ਦੇ ਅਨੁਸਾਰ ਹਨ। ਜਿਵੇਂ ਕਈਆਂ ਦੀ ਹਉਮੈ ਬੜੀ ਸਿੱਧੀ ਸਿੱਧੀ ਪਤਾ ਲੱਗ ਜਾਂਦੀ ਹੈ, ਕਈਆਂ ਦੀ ਬੜੇ ਵਾਗ ਸੁਣਨ ਤੋਂ ਬਾਅਦ ਵੀ ਨਹੀਂ ਕਲੀਅਰ ਹੁੰਦੀ, ਫਿਰ ਬਹੁਤ ਲੇਸ ਮਾਤਰ ਪਤਾ ਲੱਗਦਾ। ਤਾਂ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਖੇਹ ਹੋਈ ਤਉ ਕਿਆ ਭਇਆ ਜੋ ਉੱਡ ਲਾਗੈ ਅੰਗ। ਹੁਣ ਇਹਦੇ ਵਿੱਚ ਕੀ ਸਮੱਸਿਆ ਕੀ ਹੈ? ਜਦੋਂ ਬੰਦਾ ਅਤੀ ਨਿਮਰਤਾ ਦੇ ਸਹਿਤ ਹੋ ਜਾਂਦਾ ਹੈ, ਜੇ ਤਾਂ ਉਹਦੀ ਅਤੀ ਨਿਮਰਤਾ ਜੀਵਨ ਵਿੱਚ ਢਲੀ ਹੋਵੇਗੀ, ਫਿਰ ਉਹ ਜਿਹਦੇ ਨਾਲ ਉਸ ਨਿਮਰਤਾ ਸਹਿਤ ਵਿਵਹਾਰ ਕਰੇਗਾ ਉਹਨੂੰ ਅਭਿਮਾਨ ਰੂਪ ਨਹੀਂ ਲੱਗੇਗੀ। ਪਰ ਜਦੋਂ ਕਈ ਵਾਰੀ ਕੀ ਹੁੰਦਾ, ਅਤੀ ਨਿਮਰਤਾ ਧਾਰਨ ਕਰ ਲੈਣੀ ਪਰ ਅੰਦਰ ਨਾ ਸਾਧਿਆ ਹੋਣਾ, ਤਾਂ ਉਹ ਕੀ ਹੁੰਦਾ, ਉਹ ਨਿਮਰਤਾ ਜਿਹੜੀ ਹੈ ਜਦੋਂ ਵਿਵਹਾਰ ਕਰਦੀ ਹੈ ਕਿਸੇ ਦੇ ਨਾਲ, ਤਾਂ ਉਦੋਂ ਆਪਣੇ ਅਭਿਮਾਨ ਹੋਣ ਦੀ ਥੋੜ੍ਹੀ ਜਿਹੀ ਬਹੁਤ ਸੂਖਮ ਦੀ ਇੱਕ ਪ੍ਰਭਾਵ ਦੇ ਜਾਂਦੀ ਹੈ। ਕਿਉਂਕਿ ਪਹਿਲਾਂ ਵੀ ਆਰੰਭ ਵਿੱਚ ਜ਼ਿਕਰ ਕੀਤਾ ਸੀ ਕਿ ਅਸੀਂ ਨਿਮਰਤਾ ਨੂੰ ਇਸ ਕਰਕੇ ਨਹੀਂ ਧਾਰਨ ਕਰਨਾ ਕਿ ਸਾਡੀ ਦੁਨਿਆਵੀ ਜਿਹੜੀ ਪ੍ਰਤੀਤ ਹੈ ਬੜੀ ਚੰਗੀ ਹੋ ਜਾਏ, ਲੋਕ ਕਹਿਣ ਬੜਾ ਮਿੱਠਾ ਬੋਲਦਾ ਹੈ, ਬੜਾ ਸਤਿਕਾਰ 'ਚ ਬੋਲਦਾ ਹੈ। ਇਸ ਤਰ੍ਹਾਂ ਨਹੀਂ, ਅਸੀਂ ਨਿਮਰਤਾ ਨੂੰ ਇਸ ਰੂਪ ਦੇ ਵਿੱਚ ਧਾਰਨ ਕਰਨਾ ਹੈ ਕਿ ਜੀਵਨ ਦੇ ਵਿੱਚ ਜਿੰਨੇ ਵੀ ਤਾਣ ਪੈਦਾ ਹੋਏ ਨੇ, ਉਹ ਸਾਰੇ ਤਾਣ ਜਿਹੜੇ ਹਨ ਹਉ ਤੋਂ ਰਹਿਤ ਹੋ ਜਾਣ ਅਤੇ ਅਸੀਂ ਪ੍ਰਭੂ ਦੀ ਬਖਸ਼ਿਸ਼ ਦੇ ਹੇਠਾਂ ਪੂਰਾ ਜੀ ਸਕੀਏ। ਜਿਵੇਂ ਦੁਨਿਆਵੀ ਤੌਰ 'ਤੇ ਨਿਮਰਤਾ ਧਾਰਨ ਕਰ ਲਈਏ ਅਤੇ ਲੋਕ ਸਤਿਕਾਰ ਕਰਨ ਲੱਗ ਪੈਂਦੇ ਹਨ, ਇਸੇ ਤਰ੍ਹਾਂ ਜਦੋਂ ਅਸੀਂ ਅਧਿਆਤਮਿਕ ਰੂਪ ਦੇ ਵਿੱਚ ਨਿਮਰਤਾ ਧਾਰਨ ਕਰਾਂਗੇ ਅਤੇ ਸਾਡੀ ਜਿਹੜੀ ਵੀ ਹੋਂਦ ਹੈ ਉਹ ਪਰਮੇਸ਼ਰ ਦੀ ਬਖਸ਼ਿਸ਼ ਦੇ ਹੇਠਾਂ ਆ ਜਾਏਗੀ। ਜਦੋਂ ਅਸੀਂ ਉਹਨੂੰ ਆਪਣੀ ਹਉਮੈ ਦੇ ਤਹਿਤ ਵੱਖਰਾ ਸਮਝਣ ਲੱਗ ਪੈਂਦੇ, ਮੇਰੀ ਬੁੱਧ, ਮੇਰਾ ਰੂਪ, ਮੇਰਾ ਤਾਣ, ਤਾਂ ਉਹ ਪ੍ਰਭੂ ਦੀ ਬਖਸ਼ਿਸ਼ ਤੋਂ ਹੇਠਾਂ ਫਿਰ ਉਹ ਜਿੰਨਾ ਕੁ ਸਾਡਾ ਯਤਨ ਹੈ ਅਸੀਂ ਉਹਨੂੰ ਨਿਭਾ ਲੈਂਦੇ ਹਾਂ। ਫਿਰ ਉਹਦੇ ਅੱਗੇ ਜਾ ਕੇ ਘਾਟੇ ਵੀ ਵਾਪਰਦੇ ਨੇ, ਉਹਦੇ ਵਿੱਚ ਉਤਰਾਅ ਚੜ੍ਹਾਅ ਵੀ ਵਾਪਰਦੇ ਨੇ, ਪਰ ਜਿਹੜਾ ਬਖਸ਼ਿਸ਼ ਹੇਠਾਂ ਆ ਜਾਂਦਾ ਉਹ ਨਹੀਂ ਵਾਪਰਦੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਖੇਹ ਹੋਈ ਤਉ ਕਿਆ ਭਇਆ। ਹੁਣ ਖੇਹ ਕਿਵੇਂ ਹੁੰਦਾ ਬੰਦਾ ਨਿਮਰਤਾ ਦੇ ਵਿੱਚ? ਕਿਸੇ ਪਰਮੇਸ਼ਰ ਦੇ ਕੋਈ, ਜਿਵੇਂ ਇਸ ਗੱਲ ਦਾ ਜ਼ਿਕਰ ਆਪਦੇ ਸਨਮੁਖ ਰੱਖਦਿਆਂ, ਕੋਈ ਪਰਮੇਸ਼ਰ ਦਾ ਪਿਆਰਾ ਕਿਸੇ ਨਦੀ ਤੋਂ ਬੇੜੀ 'ਤੇ ਬੈਠ ਕੇ ਨਦੀ ਪਾਰ ਕਰ ਰਿਹਾ ਸੀ। ਉਹਦੇ ਵਿੱਚ ਬੜੇ ਮਨਮਤੀ ਲੋਕ ਚੜ੍ਹੇ ਹੋਏ ਸਨ। ਮਨਮਤੀ ਲੋਕ ਚੜ੍ਹੇ ਹੋਏ ਸਨ ਤਾਂ ਇੱਕ ਤਮਾਸ਼ਬੀਨ ਵੀ ਉਹਦੇ ਵਿੱਚ ਚੜ੍ਹ ਗਏ, ਕੁਝ ਅਮੀਰ ਕਿਸਮ ਦੇ ਲੋਕ ਵੀ ਚੜ੍ਹ ਗਏ। ਉਹ ਆਪਣੀ ਨੁੱਕਰ 'ਤੇ ਬੈਠਾ ਬੜੇ ਆਰਾਮ ਦੇ ਨਾਲ ਪ੍ਰਭੂ ਧਿਆਨ ਵਿੱਚ ਮਗਨ ਸੀ। ਤਾਂ ਉਸ ਤਮਾਸ਼ਾ ਦਿਖਾਉਣ ਵਾਲਿਆਂ ਨੂੰ ਕੁਝ ਅਮੀਰ ਲੋਕ ਜਿਹੜੇ ਵਿੱਚ ਬੈਠੇ ਸਨ, ਉਹਨਾਂ ਨੇ ਕਿਹਾ ਕੋਈ ਤਮਾਸ਼ਾ ਦਿਖਲਾਓ। ਉਹ ਕਹਿਣ ਲੱਗੇ ਤਮਾਸ਼ਾ ਤਾਂ ਦਿਖਲਾ ਦਿਆਂਗੇ, ਪਰ ਸਾਡਾ ਖੱਪਰ ਵਾਰ ਕਿਸੇ ਦੇ ਸਿਰ 'ਤੇ ਮਾਰਨਾ ਪੈਂਦਾ, ਕਿਉਂਕਿ ਸਾਡਾ ਜਿਹੜਾ ਅਭਿਨੈ ਹੈ ਉਹ ਇਹਦੇ ਤੋਂ ਬਿਨਾਂ ਪੂਰਾ ਨਹੀਂ ਹੋਏਗਾ, ਸਾਡਾ ਜੋ ਵੀ ਤਮਾਸ਼ੇ ਦੇ ਥੋੜ੍ਹੇ ਕਦਮ ਨੇ। ਉਹ ਕਹਿਣ ਲੱਗੇ ਆ ਮਸਤ ਜਿਹਾ ਬੈਠਾ, ਇਹਦੇ ਸਿਰ 'ਤੇ ਮਾਰ ਦੇਣਾ। ਬੜਾ ਸਮਾਂ ਮਾਰਦੇ ਗਏ ਤਾਂ ਹੁਣ ਇੱਥੇ ਆ ਕੇ ਖੇਹ ਹੋਈ ਦਾ ਧਿਆਨ ਰੱਖਣਾ ਵਾਕ ਦੇ ਉੱਪਰ ਕਿ ਇਹ ਨੁਕਤਾ ਕਿਵੇਂ ਸਪਸ਼ਟ ਹੁੰਦਾ। ਜਦੋਂ ਉਹਦੇ 'ਤੇ ਬਹੁਤ ਅਤਿਆਚਾਰ ਹੋ ਗਿਆ, ਸਿਰ ਦੇ ਵਿੱਚੋਂ ਖੂਨ ਵਹਿਣ ਲੱਗ ਪਿਆ, ਤਾਂ ਉਸ ਸਮੇਂ 'ਤੇ ਆ ਕੇ ਜਦੋਂ ਖੂਨ ਵਗਣ ਲੱਗ ਪਿਆ ਤਾਂ ਕਹਿੰਦੇ ਪਰਮੇਸ਼ਰ ਆਕਾਸ਼ ਵਿੱਚੋਂ, ਗੈਬ ਵਿੱਚੋਂ ਆਵਾਜ਼ ਪ੍ਰਗਟ ਹੋਈ ਕਿ ਜੇ ਤੂੰ ਕਹੇ ਤਾਂ ਬੇੜੀ ਪਲਟਾ ਦਿੱਤੀ ਜਾਵੇ ਤੈਨੂੰ ਕੱਢ ਕੇ, ਜਾਂ ਜਿਹੜਾ ਨੇ ਤੇਰੇ ਉੱਪਰ ਖੱਪਰ ਮਾਰ ਰਹੇ ਨੇ ਤੇਰੇ ਸਿਰ ਉੱਪਰ, ਉਹਨਾਂ ਦਾ ਕੁਝ ਨੁਕਸਾਨ ਕਰ ਦਿੱਤਾ ਜਾਵੇ। ਤਾਂ ਕਹਿੰਦੇ ਉੱਥੇ ਭਗਤ ਨੇ ਇਹ ਵਾਕਿਆ ਕਿ ਬੇੜੀ ਉਲਟਾਉਣ ਦੀ ਬਜਾਏ
ਜਾਂ ਇਹਨਾਂ ਦਾ ਇਹ ਕਰਮ ਕਰਨ ਦੀ ਬਜਾਏ ਜਿਹੜੀ ਹੈ ਇਹਨਾਂ ਦੀ ਮੱਤ ਪਲਟਾ ਦਿੱਤੀ ਜਾਵੇ, ਇਹ ਜ਼ਿਆਦਾ ਉੱਤਮ ਨਹੀਂ ਹੈ। ਹੁਣ ਇਹ ਨਿਮਰਤਾ ਵਿੱਚੋਂ ਵਾਕਈ ਨੇ ਦੂਜੇ ਦਾ ਭਲਾ ਚਾਹਿਆ ਹੈ, ਪਰ ਇਹਦੇ ਵਿੱਚ ਹੁਕਮ ਦੀ ਸੂਖਮ ਸੋਝੀ ਵਿਸਰ ਗਈ ਹੈ। ਸੂਖਮ ਸੋਝੀ ਕੀ ਵਿਸਰ ਗਈ ਹੈ ਕਿ ਭਾਵੇਂ ਮੈਂ ਕਿਸੇ ਨੂੰ ਕੋਈ ਦੁੱਖ ਨਹੀਂ ਪਹੁੰਚਾਉਂਦਾ, ਮੈਨੂੰ ਕਿਉਂ ਕੋਈ ਦੁੱਖ ਪਹੁੰਚਾ ਰਿਹਾ, ਇਹਦੇ ਵਿੱਚ ਉਹਨਾਂ ਦੀ ਮੱਤ ਨੂੰ ਵੀ ਦੋਸ਼ ਦਿੱਤਾ ਜਾ ਰਿਹਾ। ਇਹ ਜਦੋਂ ਖੇਹ ਹੋਈ ਦੀ ਸੂਖਮ ਹਉਮੈ ਇੱਥੇ ਬਣੀ ਰਹਿੰਦੀ ਹੈ ਕਿ ਆਖਰ ਥੋੜ੍ਹਾ ਵੀ ਤਾਂ ਸਹੀ ਤਾਂ ਦਿੱਤਾ ਤਾਂ ਹੈ ਕਿ ਉਸ ਨੂੰ ਕਿ ਜੀ ਇਹ ਇਸ ਤਰ੍ਹਾਂ ਕਰ ਰਿਹਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਫਿਰ ਕਹਿਣ ਲੱਗਾ ਕਿ ਮੱਤ ਪਲਟਾ ਦਿੱਤੀ ਜਾਵੇ। ਇਹਦਾ ਮਤਲਬ ਹੈ ਕਿ ਜਦੋਂ ਉਸ ਮੱਤ ਨੂੰ ਜਿਹੜੀ ਉਹਦੇ ਨਾਲ ਠੀਕ ਵਿਵਹਾਰ ਨਹੀਂ ਕਰ ਰਹੀ, ਉਹਨੂੰ ਵੀ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਹੀ ਮੰਨ ਰਿਹਾ, ਦਾ ਮਤਲਬ ਇੱਥੇ ਆ ਕੇ ਵੀ ਦੇਖੋ ਕਿੰਨੀ ਸੂਖਮ ਜਿਹੜੀ ਹੈ ਹਉਮੈ ਬਣੀ ਰਹਿੰਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਖੇਹ ਹੋਈ ਤਉ ਕਿਆ ਭਇਆ ਜੋ ਉੱਡ ਲਾਗੈ ਅੰਗ। ਤਾਂ ਵੀ ਕੀ ਹੈ, ਥੋੜ੍ਹਾ ਜਿਹਾ ਆਪਣੀ ਹਸਤੀ ਦਾ ਫਿਰ ਪ੍ਰਭਾਵ ਦੇ ਦਿੱਤਾ, ਫਿਰ ਥੋੜ੍ਹਾ ਜਿਹਾ ਪ੍ਰਭਾਵ ਦੇ ਦਿੱਤਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਹਰੀ ਦਾ ਜਨ ਐਸਾ ਚਾਹੀਦਾ ਹੈ ਜਿਵੇਂ ਪਾਣੀ ਹੁੰਦਾ, ਪਾਣੀ ਸਰਬੰਗ ਹੁੰਦਾ, ਸਭ ਤਰ੍ਹਾਂ ਦੀਆਂ ਹਾਲਤਾਂ ਦੇ ਵਿੱਚ ਰਹਿ ਲੈਂਦਾ ਹੈ। ਤਾਂ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਪਾਣੀ ਹੁਆ ਤਾਂ ਕਿਆ ਭਇਆ ਸੀਰਾ ਤਾਤਾ ਹੋਏ। ਹੁਣ ਨਿਮਰਤਾ ਦਾ ਸਿਖਰਲਾ ਰੂਪ ਹੈ ਪਾਣੀ ਵਰਗਾ, ਕਿ ਪਾਣੀ ਵਰਗਾ ਹੋ ਜਾਓ, ਆਪਣਾ ਕੋਈ ਰੂਪ ਨਹੀਂ, ਆਪਣਾ ਕੋਈ ਰੰਗ ਨਹੀਂ, ਆਪਣਾ ਕੋਈ ਆਕਾਰ ਨਹੀਂ, ਆਪਣੀ ਕੋਈ ਮਰਜ਼ ਨਹੀਂ, ਬਸ ਇੱਕੋ ਹੀ ਪਾਣੀ ਦੀ ਸੁਭਾਵਿਕ ਗੁਣ ਹੁੰਦਾ ਹੈ ਕਿ ਜਿੱਥੇ ਮਰਜ਼ੀ ਇਹਨੂੰ ਡੋਲ ਦਿਓ ਇਹ ਹਮੇਸ਼ਾ ਨਿਵਾਣ ਨੂੰ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਨਿਮਰਤਾ ਧਾਰਨ ਕਰ ਲਈ ਪਾਣੀ ਵਰਗੀ, ਆਪਣੀ ਹਸਤੀ ਦੇ ਸਾਰੇ ਪੱਖ ਛੱਡ ਦਿੱਤੇ, ਕੋਈ ਵੀ ਮਤਲਬ ਆਪਣੀ ਹਸਤੀ, ਜਿਵੇਂ ਉਹ ਪਿਛਲੇ ਜ਼ਿਕਰ ਆਇਆ ਕਿ ਉਹਨੇ ਕਿਹਾ ਮੱਤ ਪਲਟਾ ਦੇ, ਇਹ ਵੀ ਕਹਿਣਾ ਇੱਕ ਸੂਖਮ ਤਰ੍ਹਾਂ ਦੀ ਜਿਹੜੀ ਪੱਖ ਰਹਿ ਜਾਂਦਾ ਹੈ। ਪਰਮੇਸ਼ਰ ਨੂੰ ਪੂਰਾ ਹੀ ਨਿਰਲੇਪ ਚਾਹੀਦਾ। ਤਾਂ ਕਹਿੰਦੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਣੀ ਵਰਗਾ ਹੋ ਜਾ। ਪਾਣੀ ਵਰਗੇ ਹੋਣ ਦਾ ਭਾਵ ਕੀ ਕਿ ਆਪਣਾ ਕੋਈ ਰੂਪ, ਕੋਈ ਆਪਣੀ ਹਸਤੀ ਨਾ ਰਹਿਣੀ, ਹੋਣੀ ਜ਼ਰੂਰ ਪਰ ਉਹਦਾ ਭਾਵ ਕੋਈ ਨਾ ਆਪਣੇ ਕੋਲ ਰਹਿਣਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹਦੇ ਵਿੱਚ ਵੀ ਇੱਕ ਸਮੱਸਿਆ ਵਾਪਰ ਜਾਂਦੀ ਹੈ ਕਿ ਜੇ ਪਾਣੀ ਹੋ ਗਿਆ ਤਾਂ ਉਹ ਵੀ ਕੀ ਹੈ, ਕਦੇ ਉਹ ਠੰਡਾ ਹੋ ਜਾਂਦਾ, ਕਦੇ ਤੱਤਾ ਹੋ ਜਾਂਦਾ ਹੈ। ਇਹਦਾ ਭਾਵ ਹੈ ਕਿ ਜਿਹੜੀ ਪਾਣੀ ਵਰਗੀ ਨਿਮਰਤਾ ਧਾਰਨ ਕਰ ਲਈ ਉਹਦੇ ਵਿੱਚੋਂ ਗਿਆਨ ਮਨਫੀ ਹੋ ਜਾਂਦਾ ਕਈ ਵਾਰ। ਜਿਵੇਂ ਹੁਣ ਬਿਲਕੁਲ ਨਿਮਰਤਾ ਧਾਰਨ ਕਰ ਲਈ, ਗਿਆਨ ਮਨਫੀ ਹੋ ਜਾਏ ਤਾਂ ਉਹ ਨਿਮਰਤਾ ਜਿਹੜੀ ਹੈ ਉਹ ਹਉਮੈ ਤੋਂ ਛੁਟਕਾਰਾ ਨਹੀਂ ਕਰਾਏਗੀ, ਫਿਰ ਉਹ ਹੀਣਤਾ ਦੀ ਵੀ ਹਉਮੈ ਬਣ ਜਾਏਗੀ। ਜਿਵੇਂ ਇੱਕ ਤਾਂ ਹੁੰਦਾ ਅਭਿਮਾਨੀ ਬੰਦਾ, ਆਪਣੇ ਅਹੰਕਾਰ ਦੀ ਮਾਨਸਿਕ ਖੁਰਾਕ ਲੈਂਦਾ ਹੈ ਕਿ ਉਹਦੇ ਤੋਂ ਲੋਕ ਡਰਦੇ ਨੇ ਕੁਝ ਵਗੈਰਾ ਸਭ ਕੁਝ। ਇੱਕ ਜਿਹੜਾ ਬੰਦਾ ਅਤੀ ਨਿਮਰਤਾ ਦੇ ਸਹਿਤ ਹੋ ਜਾਂਦਾ, ਉਹਦੇ ਅੰਦਰ ਹੀਣਤਾ ਦੀ ਵੀ ਹਉਮੈ ਪੈਦਾ ਹੋ ਜਾਂਦੀ ਹੈ ਕਿ ਬਾਕੀ ਸਾਰੇ ਨਹੀਂ ਕਰ ਸਕਦੇ, ਮੈਂ ਕਰ ਸਕਦਾ। ਬਾਕੀ ਆਪਣੇ ਆਪ ਨੂੰ ਦਾਸ ਨਹੀਂ ਕਹਿ ਸਕਦੇ, ਮੈਂ ਕਹਿ ਲੈਣਾ, ਮੈਂ ਇੱਕ ਪਰਮ ਸੇਵਕ। ਆਪਣੀ ਉਹ ਜਿਹੜੀ ਨਿਮਰਤਾ ਦੇ ਉੱਚ ਗੁਣ ਦਾ ਠੀਕ ਭਾਵ ਮੰਨਣ ਦੀ ਬਜਾਏ ਤੇ ਉਹ ਹੀਣਤਾ ਦੀ ਵੀ ਹਉਮੈ ਬਣਾ ਲੈਂਦਾ ਹੈ। ਜਿਵੇਂ ਮੈਂ ਇੱਕ ਸਗਾ ਦੇਖਾ, ਗਿਆਨੀ ਸੰਤ ਸਿੰਘ ਮਸਕੀਨ ਨੇ ਆਪਣੇ ਜੀਵਨ ਦਾ ਇੱਕ ਵਰਤਾਂਤ ਦੱਸਿਆ ਸੀ। ਉਹਦੇ ਵਿੱਚ ਉਹਨਾਂ ਕਹਿੰਦੇ ਰੋਜ਼ ਕਿਸੇ ਨੇ ਆਉਣਾ, ਇੱਕ ਉਹਨਾਂ ਦਾ ਕੋਈ ਨਿਕਟਵਰਤੀ ਸੀ, ਕੋਈ ਜਗਿਆਸੂ, ਕੋਈ ਪ੍ਰੇਮੀ ਹੋਏਗਾ। ਉਹਨੇ ਰੋਜ਼ਾਨਾ ਕਹਿੰਦੇ ਕੋਲ ਆ ਕੇ ਫਤਿਹ ਬੁਲਾ ਕੇ ਕਹਿਣਾ, ਗਿਆਨੀ ਜੀ ਮੈਂ ਤੁਹਾਡੇ ਚਰਨਾਂ ਦੀ ਧੂੜ ਆ, ਰੋਜ਼ ਹੀ ਕਹਿੰਦੇ ਕਹਿਣਾ। ਕਹਿੰਦੇ ਉਹਦੇ ਵਾਕ ਮੈਂ ਅਕਸਰ ਸੁਣਦਾ ਰਿਹਾ। ਕਹਿੰਦੇ ਰੋਜ਼ ਉਹਨੇ ਕਹਿਣਾ, ਰੋਜ਼ ਆ ਕੇ। ਕਹਿੰਦੇ ਇੱਕ ਦਫਾ ਮੈਂ ਅੱਗੋਂ ਕਹਿ ਦਿੱਤਾ ਕਿ ਵਾਕਿਆ ਤੂੰ ਹੈ ਚਰਨਾਂ ਦੀ ਧੂੜੀਆਂ, ਵੱਧ ਕੁਝ ਵੀ ਨਹੀਂ ਹੈਗਾ। ਕਹਿੰਦੇ ਇੰਨੀ ਗੱਲ ਕਹਿਣ ਦੀ ਦੇਰ ਸੀ, ਬਹੁਤ ਜ਼ਿਆਦਾ ਕ੍ਰੋਧ ਕਰ ਗਿਆ, ਮੁੜ ਕੇ ਕਦੀ ਫਤਿਹ ਬੁਲਾਉਣ ਨਾ ਆਇਆ। ਗੱਲ ਕੀ ਹੈ ਕਿ ਕਈ ਵਾਰੀ ਅਕਸੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਅਸੀਂ ਮੌਖਿਕ ਪ੍ਰਕਾਰ ਦੀ ਨਿਮਰਤਾ ਨੂੰ ਧਾਰਨ ਕਰਦੇ ਹਾਂ। ਜਿਵੇਂ ਹੁਣ ਉਦਾਹਰਨ ਦੇ ਤੌਰ 'ਤੇ ਜਿਹੜੀ ਧੂੜ ਹੋ ਗਈ ਹੈ, ਉਹ ਧੂੜ ਉੱਠ ਕੇ ਕਹਿੰਦੀ ਕਿ ਮੈਂ ਧੂੜ ਹੋ ਗਈ ਹਾਂ, ਉਹਦੇ ਕਰਮ ਦੱਸਦੇ ਨੇ ਕਿ ਧੂੜ ਹੋ ਗਈ ਹੈ। ਹੁਣ ਜਿਹੜੀ ਰੋੜੇ ਵਰਗੀ ਨਿਮਰਤਾ ਉਹ ਵੀ ਦੱਸਦੀ ਹੈ ਵੀ ਇਹਨੇ ਸਾਡੇ ਬੋਲ ਕਬੋਲ ਤਾਂ ਸਹਾਰ ਲਏ ਨੇ, ਪਰ ਇਹਦੇ ਅੰਦਰੋਂ ਦੁਸ਼ਟਤਾ, ਕਠੋਰਤਾ, ਰਿਸ਼ਤਾ ਜੇ ਨਹੀਂ ਗਈ। ਅਤੇ ਜਿਹੜੀ ਇਸੇ ਤਰ੍ਹਾਂ ਧੂੜ ਵਰਗੀ ਹੋ ਜਾਂਦੀ ਹੈ, ਉਹਦਾ ਵੀ ਪਤਾ ਲੱਗ ਜਾਂਦਾ ਹੈ ਕਿ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਪਾਣੀ ਹੁਆ ਤਾਂ ਕਿਆ ਪਿਆ ਸੀਰਾ ਤਾਤਾ ਹੋਏ। ਹੁਣ ਕੋਈ ਵੀ ਹਉਮੈ ਦਾ ਭਾਵ ਆਪਣੇ ਕੋਲ ਨਹੀਂ ਹੈ। ਤਾਂ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਨਿਮਰਤਾ ਦੇ ਵਿੱਚ ਵੀ ਇੱਕ ਜਿਹੜਾ ਹੈ ਦੋਖ ਹੈ। ਦੋਸ਼ ਕੀ ਹੈ? ਸੀਰਾ ਤਾਤਾ ਹੋਏ। ਜਦੋਂ ਆਪਣਾ ਗਿਆਨ, ਆਪਣੀ ਜਿਹੜੀ ਗਿਆਨ ਵਾਲੀ ਹਸਤੀ
ਜਾਂ ਸ਼ਬਦ ਦੀ ਕਮਾਈ ਹੋਈ ਅਵਸਥਾ ਨੂੰ ਨਿਮਰਤਾ ਦੇ ਵਿੱਚ ਢਾਲ ਕੇ ਬਿਲਕੁਲ ਸ਼ੂਨਿਆ ਕਰ ਲਿਆ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇੱਥੇ ਵੀ ਇੱਕ ਸਮੱਸਿਆ ਵਾਪਰੇਗੀ ਕਿ ਨਿਮਰਤਾ ਦੇ ਅੰਦਰਲਾ ਜਿਹੜਾ ਧਰਮ ਦਾ ਜਬਤ ਹੈ ਉਹਨੂੰ ਖਤਮ ਕਰ ਦਿੱਤਾ ਜਾਏਗਾ। ਨਿਮਰਤਾ ਦੇ ਅੰਦਰ ਧਰਮ ਦਾ ਜਬਤ ਕੀ ਹੈ ਕਿ ਜਿਹੜਾ ਸਭ ਤਰ੍ਹਾਂ ਦੀ, ਜਿਵੇਂ ਹੁਣ ਦੇਖਿਆ ਜਾਵੇ ਕਿ ਸਭ ਤਰ੍ਹਾਂ ਦਾ ਜਬਤ ਛੱਡ ਬੈਠਾ ਹੈ। ਫਿਰ ਜੇ ਅਤੀ ਨਿਮਰਤਾ ਹੋ ਗਈ, ਆਪਣੀ ਹਸਤੀ ਦਾ ਜਿਹੜਾ ਗਿਆਨ ਵਾਲਾ, ਮੈਂ ਗਿਆਨ ਸ਼ਬਦ ਵਰਤ ਰਿਹਾ, ਇਕੱਲਾ ਹਸਤੀ ਸ਼ਬਦ ਨਹੀਂ ਵਰਤ ਰਿਹਾ, ਆਪਣੀ ਹਸਤੀ ਦਾ ਗਿਆਨਮਈ ਭਾਵ ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਤੂੰ ਜੋਤ ਸਰੂਪ ਹੈ, ਉਸ ਭਾਵ ਨੂੰ ਛੱਡ ਕੇ ਤੇ ਇਕੱਲੀ ਨਿਮਰਤਾ ਦੇ ਸਹਿਤ ਹੋ ਗਿਆ ਹੈ। ਅਤੇ ਜਦੋਂ ਮਾੜੇ ਮਨੁੱਖਾਂ ਦੇ ਸੰਪਰਕ ਵਿੱਚ ਆਏਗਾ ਅਤੇ ਉਹਦੀ ਨਿਮਰਤਾ ਨੂੰ, ਕਿਉਂਕਿ ਉਹਨੇ ਆਪਣਾ ਕੁਝ ਨਹੀਂ ਕਰਨਾ, ਉਹਨੇ ਆਪਣੀ ਕੋਈ ਹੋਂਦ ਨਹੀਂ ਜਤਾਉਣੀ, ਅਤੇ ਜਦੋਂ ਕਿਸੇ ਨਿਮਨ ਸੰਗਤ ਦੇ ਸੰਪਰਕ ਵਿੱਚ ਆਏਗਾ ਅਤੇ ਉਹਦਾ ਸੁਭਾਅ ਉਹਨਾਂ ਦੇ ਸਹਿਤ ਹੋ ਜਾਏਗਾ। ਇਸ ਕਰਕੇ ਗੁਰਬਾਣੀ 'ਚ ਇੱਕ ਵਾਕ ਹੁੰਦਾ ਨਾ, ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ। ਉਹਦਾ ਭਾਵ ਕੀ ਹੈ ਕਿ ਤੁਹਾਡੀ ਇੱਕ ਗਿਆਨਮਈ ਜਗਿਆਸਾ ਬਣੀ ਰਹੇ ਨਿਮਰਤਾ ਦੇ ਵਿੱਚ। ਹੁਣ ਉੱਥੇ ਗੁਰੂ ਸਾਹਿਬ ਜੀ ਨੇ ਵਾਸ ਲਈਜੈ ਦਾ ਜਦੋਂ ਸ਼ਬਦ, ਉਹਦਾ ਭਾਵ ਇਹੀ ਬਣਦਾ ਹੈ ਕਿ ਜਦੋਂ ਨਿਮਰਤਾ ਦਾ ਕਰਮ ਧਾਰਨ ਕਰਦੇ ਰਹੋ ਅਤੇ ਉਹ ਤੁਹਾਡੀ ਵਹਿਣ ਬਣੀ ਰਹੇ। ਜਿਹੜੀ ਪਾਣੀ ਵਰਗੀ ਇਹ ਨਿਮਰਤਾ, ਇਹ ਇੱਕ ਨੁਕਤੇ ਤੋਂ ਤਾਂ ਬੜੀ ਉੱਚਤਮ ਹੈ, ਪਰ ਇਹਦੇ ਅੰਦਰ ਹੈ ਕਿ ਇਹ ਆਪਣਾ ਹਸਤੀ, ਆਪਣੇ ਅੰਦਰ ਦੇ ਪ੍ਰਭੂ ਰੂਪ ਹੋਣ ਦਾ ਭਾਵ ਛੱਡ ਦਿੰਦੀ ਹੈ। ਅਤੇ ਧਰਤੀ 'ਤੇ ਜਿਹੜੀ ਬੜੀ ਕੋਮਲਤਾ ਹੈ ਉਹ ਵੀ ਜਿਹੜੀ ਹੈ ਉਹ ਮਨੁੱਖ ਧਰਤੀ ਨੂੰ ਫੀਡ ਨਹੀਂ ਕਰਦੀ, ਉਹ ਕ੍ਰਸ਼ ਕਰ ਦਿੱਤੀ ਜਾਂਦੀ ਹੈ। ਇਸ ਕਰਕੇ ਧਰਤੀ 'ਤੇ ਜਿਹੜੇ ਮਾਲਕ ਨੇ ਨਿਜ਼ਾਮ ਬਣਾਏ ਨੇ ਉਹਨਾਂ ਦੀ ਬਨਾਵਟ ਦੇਖੋ, ਗੁਲਾਬ ਦੀ ਸੁੰਦਰਤਾ ਹੈ ਪਰ ਉਹਦੇ ਤਣੇ ਨੂੰ ਕੰਡਿਆਂ ਦੇ ਨਾਲ ਭਰਿਆ ਹੋਇਆ ਹੈ। ਬੇਰੀ ਦੇ ਰੁੱਖ ਦੀ, ਉਹਦੇ ਫਲ ਦੀ ਮਿਠਾਸ ਹੈ, ਕੰਡਿਆਂ ਦੇ ਨਾਲ ਭਰਪੂਰ ਹੈ। ਅਤੇ ਇਹ ਕੰਡੇ ਹੁਣ ਦੋ ਨੁਕਤੇ ਨੇ ਕਿ ਉਹਦੇ ਜਦੋਂ ਪਕੜਨ ਨੂੰ ਕਰੇਗਾ ਉਹਦੇ ਵਿੱਚ ਆਏਗੀ, ਜਿਹੜਾ ਉਹਦਾ ਕੇਵਲ ਦਰਸ਼ਕ ਰਹੇਗਾ ਉਹਨੂੰ ਕੰਡਿਆਂ ਦੇ ਨਾਲ ਕੋਈ ਭਾਅ ਨਹੀਂ ਹੈ। ਤਾਂ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਪਾਣੀ ਵਰਗੀ ਨਿਮਰਤਾ ਹੋ ਜਾਂਦੀ ਹੈ ਕਿ ਆਪਣਾ ਕੋਈ ਗਿਆਨ ਨਾ ਹੋਣਾ, ਜਿਵੇਂ ਨੇ ਜਿਵੇਂ ਕਿਸੇ ਦਾ ਕਹਿ ਦਿੱਤਾ ਉਵੇਂ ਦਾ ਹੋਣਾ। ਇਸ ਕਰਕੇ ਸਿੱਖ ਇਤਿਹਾਸ ਦੇ ਵਿੱਚੋਂ ਇਹ ਚੀਜ਼ਾਂ ਬੜੀਆਂ ਸਰਲ ਸਮਝ ਆਉਂਦੀਆਂ ਨੇ। ਹੁਣ ਜਦੋਂ ਭਾਈ ਘਨੱਈਆ ਜੀ ਜੰਗ ਦੇ ਵਿੱਚ ਪਾਣੀ ਪਿਆਉਂਦੇ ਨੇ ਤਾਂ ਹੁਣ ਉਹਨਾਂ ਦੀ ਨਿਮਰਤਾ ਦੀ ਸਾਧਨਾ ਮੈਂ ਆਪ ਦੇ ਸਨਮੁਖ ਦੋ ਪੱਖ ਰੱਖਦਿਆਂ। ਪਹਿਲੀ ਦਫਾ ਇੱਕ ਦ੍ਰਿਸ਼ਟੀ ਹੈ ਜਿਹਨੂੰ ਲੱਗ ਰਿਹਾ ਕਿ ਜਿਹਦੇ ਨਾਲ ਅਸੀਂ ਲੜ ਰਹੇ ਹਾਂ ਉਹ ਵਿਰੋਧੀ ਹੈ। ਇਸ ਦ੍ਰਿਸ਼ਟੀ ਦਾ ਤਿਆਗ ਭਾਈ ਘਨੱਈਆ ਜੀ ਕਰ ਚੁੱਕੇ ਨੇ। ਉਸ ਤੋਂ ਅਗਲੀ ਦ੍ਰਿਸ਼ਟੀ ਹੈ ਕਿ ਚਲੋ ਜੇ ਉਹ ਸਾਡਾ ਦੁਸ਼ਮਣ ਨਹੀਂ ਹੈ, ਅਸੀਂ ਦੁਸ਼ਮਣ ਨਹੀਂ ਮੰਨਦੇ, ਉਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਦੇ, ਤਾਂ ਫਿਰ ਉਹਨੂੰ ਫੀਡ ਨਹੀਂ ਕਰਨਾ ਚਾਹੀਦਾ, ਉਹਦਾ ਕੋਈ ਪੱਖ ਜਿਹੜਾ ਸੇਵਾ ਵਾਲਾ ਨਹੀਂ ਕਰਨਾ ਚਾਹੀਦਾ। ਇਹਦਾ ਭਾਵ ਹੈ ਕਿ ਜਿਹੜੀ ਹਸਤੀ ਨਿਮਰ ਹੋ ਗਈ ਹੈ ਉਹ ਪਹਿਲਾਂ ਤਾਂ ਵਿਰੋਧੀ ਨੂੰ ਚਿਤਵਦੀ ਨਹੀਂ, ਕਿਉਂਕਿ ਮਾਲਕ ਰੂਪ ਦੇਖਦੀ ਹੈ। ਫਿਰ ਜਦੋਂ ਮਾਲਕ ਰੂਪ ਦੇਖਦੀ ਹੈ ਤਾਂ ਫਿਰ ਰੁਕੀ ਨਹੀਂ ਰਹਿੰਦੀ, ਫਿਰ ਵੀ ਉਹਦੀ ਸੇਵਾ ਵੱਲ ਜਾਂਦੀ ਹੈ। ਜਿਵੇਂ ਸੰਤ ਨਿੰਦਕ ਦਾ, ਕਿਰਤਕਣਾਂ ਦਾ ਉਧਾਰ ਕਰਦਾ ਹੈ। ਅਤੇ ਜਿਹੜੀ ਗੁਰਸਿੱਖ ਦੀ ਬ੍ਰਹਮ ਦ੍ਰਿਸ਼ਟੀ ਨਿਮਰਤਾ ਵਿੱਚ ਢਲ ਕੇ ਹਉਮੈ ਤੋਂ ਰਹਿਤ ਹੋਈ ਹੈ, ਉਹ ਉਸ ਨੂੰ ਪਹਿਲਾਂ ਤਾਂ ਜਾਣਦੀ ਨਹੀਂ, ਫਿਰ ਜਾਣਨ ਤੋਂ ਬਾਅਦ ਉਹਦੀ ਸੇਵਾ ਕਰਦੀ ਹੈ। ਅਤੇ ਸੇਵਾ ਕਰਨ ਦੇ ਵਿੱਚ ਵੀ ਉਹ ਫਿਰ ਕੋਈ ਸੂਖਮ ਪ੍ਰਕਾਰ ਦੀ ਹਉਮੈ ਨਾ ਪੈਦਾ ਹੋ ਜਾਵੇ। ਜਿਵੇਂ ਅਸੀਂ ਭਾਈ ਘਨੱਈਆ ਜੀ ਵਾਲੀ ਘਟਨਾ ਨੂੰ ਇਸ ਨੁਕਤੇ ਤੋਂ ਹੀ ਦੱਸਦੇ ਹਾਂ ਜੀ, ਉਹਨਾਂ ਨੇ ਮੁਗਲਾਂ ਨੂੰ ਪਾਣੀ ਪਿਆਇਆ, ਪਰ ਇਸ ਨੁਕਤੇ ਤੋਂ ਇਹ ਨਹੀਂ ਦੱਸਦੇ ਕਿ ਭਾਈ ਘਨੱਈਆ ਜੀ ਬ੍ਰਹਮ ਦ੍ਰਿਸ਼ਟੀ ਦੇ ਵਿੱਚ ਜਦੋਂ ਲੀਨ ਹੋ ਗਏ ਅਤੇ ਉਹਨਾਂ ਨੇ ਉਹ ਵਿਵਹਾਰ ਕਿਸੇ ਅਕਲ ਦੇ ਤਕਾਜ਼ੇ ਵਿੱਚੋਂ ਨਹੀਂ ਕੀਤਾ ਕਿ ਮੈਂ ਆਪਣੇ ਦੁਸ਼ਮਣਾਂ ਨੂੰ ਪਾਣੀ ਪਿਆਵਾਂਗਾ ਤਾਂ ਬੜੀ ਉਪਮਾ ਹੋਏਗੀ। ਦਰਅਸਲ ਜਦੋਂ ਗੁਰੂ ਰੂਪ ਦੇ ਵਿੱਚ ਢਲ ਗਏ, ਜਿਹਦਾ ਜ਼ਿਕਰ ਅੱਗੇ ਜਾ ਕੇ ਆਏਗਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿ ਗੁਰੂ ਦੇ ਲਈ ਸਾਰੀ ਦ੍ਰਿਸ਼ਟੀ ਸਮ ਹੈ। ਭਾਵੇਂ ਧਰਤੀ 'ਤੇ ਉਹਦਾ ਇੱਕ ਤਣਾਅ ਬਣ ਰਿਹਾ ਹੈ, ਪਰ ਜਿਹੜੀ ਗੁਰੂ ਦੀ ਉਚੇਰੀ ਸੁਰਤ ਹੈ ਉਹਦੇ ਵਿੱਚ ਕੋਈ ਨਹੀਂ ਵਿਰੋਧੀ। ਬਾਣੀ 'ਚ ਵਾਕ ਸਤਿਗੁਰ ਸਭਨਾਂ ਦਾ ਭਲਾ ਮਨਾਏ ਦਾ। ਹੁਣ ਭਾਈ ਘਨੱਈਆ ਜੀ ਉਸ ਸੁਰਤ ਦੇ ਹਾਣ ਦੇ ਹੋ ਕੇ ਗੁਰੂ ਰੂਪ ਵਿੱਚ ਅਭੇਦ ਹਨ। ਇਸ ਕਰਕੇ ਜਿਹੜੀ ਦੂਜੀ ਸੁਰਤ ਹੈ ਉਹ ਅਜੇ ਧਰਤੀ ਦੇ ਤਣਾਅ ਵਿੱਚ ਚੱਲ ਰਹੀ ਹੈ ਅਤੇ ਧਰਮ ਦੇ ਸੰਕਟ ਨੂੰ ਇਸ ਨੁਕਤੇ ਤੋਂ ਸਮਝ ਰਹੀ ਹੈ। ਤਾਂ ਕਰਕੇ ਹੁਣ ਦੇਖੋ ਉੱਥੇ ਜਾ ਕੇ ਇੱਕ ਸਮਝ ਆਏਗੀ। ਅਤੇ ਭਾਈ ਘਨੱਈਆ ਜੀ ਜਦੋਂ ਗੁਰੂ ਸਾਹਿਬ ਜੀ ਪਾਸ ਸ਼ਿਕਾਇਤ ਹੋ ਗਈ ਉਹਨਾਂ ਦੀ, ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਐਸੀ ਸ਼ਿਕਾਇਤ ਹੈ। ਅਤੇ ਭਾਈ ਘਨੱਈਆ ਜੀ ਨੇ ਜਿਹੜਾ ਉੱਤਰ ਦਿੱਤਾ ਉਹਨੂੰ ਬੜੇ ਢੰਗ ਨਾਲ ਵਾਚਣ ਦੀ ਲੋੜ ਹੈ। ਕਹਿੰਦੇ ਸਤਿਗੁਰੂ ਮੈਂ ਤੁਹਾਨੂੰ ਦੇਖਿਆ ਅਤੇ ਤੁਹਾਨੂੰ ਦੇਖਣ ਤੋਂ ਬਾਅਦ ਜਿਹੜੀ ਤੁਹਾਡੀ ਕਿਰਪਾ ਆਈ ਉਸ ਤੋਂ ਬਾਅਦ ਵੀ ਤੁਹਾਨੂੰ ਹੀ ਦੇਖਿਆ। ਇਹਦਾ ਭਾਵ ਕੀ ਹੈ ਕਿ ਇੱਥੇ ਹਉਮੈ ਜਿਹੜੀ ਹੈ ਨਿਮਰਤਾ ਧਾਰਨ ਕੀਤੀ ਹੈ, ਪਰ ਉਹ ਨਿਮਰਤਾ ਪਾਣੀ ਵਰਗੀ ਨਹੀਂ ਹੈ।
ਉਸ ਨਿਮਰਤਾ ਦੇ ਵਿੱਚ ਗੁਰੂ ਦਰਸ਼ਨ ਦਾ ਜਿਹੜਾ ਗਿਆਨ ਹੈ ਉਹ ਸਮਾਇਆ ਹੋਇਆ ਹੈ। ਅਤੇ ਉਸ ਗੁਰੂ ਦਰਸ਼ਨ ਦੇ ਗਿਆਨ ਦਾ ਜਦੋਂ ਜ਼ਿੰਦਗੀ 'ਚ ਵਿਹਾਰ ਬਣਦਾ ਹੈ ਅਤੇ ਫਿਰ ਜੀਵਨ ਦੇ ਵਿੱਚ ਇੱਕੋ ਪ੍ਰਤੀਤ ਆਉਂਦੀ ਹੈ। ਨਹੀਂ ਤਾਂ ਮਨੁੱਖ ਦੀ ਫਿਰ ਜਿਹੜੀ ਹੈ, ਹੁਣ ਜਿਵੇਂ ਨਿਮਰਤਾ ਦੇ ਪੱਖ ਦੀ ਗੱਲ ਕਰ ਲਈ ਜਾਵੇ, ਦੇਖਣ 'ਚ ਆਉਂਦਾ ਹੈ ਬੰਦੇ ਇਹਦੇ ਦੋਹਰੇ ਰੂਪ ਚਲਾਉਂਦੇ ਨੇ। ਦੋਹਰੇ ਰੂਪ ਕਿਵੇਂ ਚਲਾਉਂਦੇ ਨੇ ਕਿ ਜਿਹੜਾ ਕੋਈ ਉੱਚ ਮਿਲ ਗਿਆ ਉਹਦੇ ਪ੍ਰਤੀ ਬੜਾ ਸਤਿਕਾਰ ਭਾਵ ਪ੍ਰਗਟ ਕਰਨਾ, ਜੇ ਕੋਈ ਨਿਮਨ ਮਿਲ ਗਿਆ ਉਹਦੇ ਪ੍ਰਤੀ ਤਿਰਸਕਾਰ ਭਾਵ ਪ੍ਰਗਟ ਕਰਨਾ। ਮਤਲਬ ਉਹਨਾਂ ਦੇ ਆਪਣੇ ਜੀਵਨ 'ਚ ਨਿਮਰਤਾ ਦਾ ਜਿਹੜਾ ਹੈ ਸੰਤੁਲਨ ਨਹੀਂ ਹੁੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਪਾਣੀ ਵਰਗੀ ਨਿਮਰਤਾ ਹੈ ਇਹਦੇ ਵਿੱਚ ਇੱਕ ਦੋਸ਼ ਰਹਿ ਜਾਂਦਾ ਕਿ ਆਪ ਤਾਂ ਜੇ ਹੁੰਦੀ ਨਹੀਂ, ਕਿਸੇ ਕੋਈ ਭਾਵ ਰਹਿੰਦਾ ਨਹੀਂ ਹਸਤੀ ਦਾ, ਪਰ ਜਦੋਂ ਦੂਜਿਆਂ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਉਹਨਾਂ ਦਾ ਅਸਰ ਕਬੂਲਣਾ ਸ਼ੁਰੂ ਕਰ ਦਿੰਦੀ ਹੈ। ਪਰ ਜਿਹੜੀ ਗੁਰਸਿੱਖ ਨੇ ਗੁਰੂ ਦੇ ਸ਼ਬਦ ਵਿੱਚੋਂ ਨਿਮਰਤਾ ਦਾ ਗੁਣ ਕਮਾਇਆ ਹੁੰਦਾ ਹੈ, ਉਹ ਉਹਦੇ ਬਾਹਰੀ ਰੂਪਾਂ ਦੀ ਹੋਂਦ ਤਾਂ ਨਹੀਂ ਜਤਾਉਂਦਾ, ਪਰ ਉਹਦੇ ਅੰਦਰ ਗਿਆਨ ਦਾ ਜਬਤ ਜ਼ਰੂਰ ਰੱਖਦਾ। ਉਹਨੂੰ ਪਤਾ ਜੇ ਗਿਆਨ ਦਾ ਜਬਤ ਨਾ ਰਿਹਾ ਤਾਂ ਜਿਹੜੀ ਨਿਮਰਤਾ ਹੈ ਇਹ ਉੱਚਾ ਗੁਣ ਹੁੰਦਿਆਂ ਹੋਇਆਂ ਵੀ ਧਰਤੀ ਦਾ ਕੋਈ ਕਲਿਆਣ ਨਹੀਂ ਕਰ ਸਕੇਗੀ। ਇਸ ਕਰਕੇ ਜਿਹੜੀ ਨਿਮਰਤਾ ਗੁਰਸਿੱਖ ਦੀ ਉਹ ਰੌਦਰ ਰੂਪ ਵੀ ਹੋ ਜਾਂਦੀ ਹੈ। ਜਿਵੇਂ ਹੁਣ ਜਿੰਨੇ ਸਾਡੇ ਸਿੱਖ ਇਤਿਹਾਸ ਸੂਰਬੀਰ ਲੜੇ ਨੇ ਜਾਂ ਸ਼ਹੀਦੀ ਹੋਈ ਹੈ ਜਾਂ ਜੰਗ ਆਦਿਕ, ਉਹਦਾ ਫਿਰ ਮਨੁੱਖ ਕਹੇਗਾ ਕਿ ਉਹ ਨਿਮਰਤਾ ਤੋਂ ਪਰਾਂ ਸਨ। ਨਹੀਂ, ਉਹਨਾਂ ਦੀ ਨਿਮਰਤਾ ਆਪਣੀ ਹਸਤੀ ਨੂੰ ਛੱਡ ਕੇ ਗਿਆਨ ਵਾਲੀ ਸੀ ਅਤੇ ਧਰਤੀ ਦਾ ਕੋਈ ਨਿਜ਼ਾਮ, ਧਰਤੀ ਦੀ ਕੋਈ ਸੁੰਦਰਤਾ, ਜਿਵੇਂ ਇਸਲਾਮ ਦੇ ਵਿੱਚ ਜਿੰਨੇ ਸੂਫੀ ਫਕੀਰ ਸਨ ਉਹਨਾਂ ਨੂੰ ਅੱਜ ਵੀ ਉਹਨਾਂ 'ਤੇ ਤਸ਼ੱਦਦ ਹੁੰਦਾ ਹੈ। ਉਹਦਾ ਤਸ਼ੱਦਦ ਹੋਣ ਦਾ ਕਾਰਨ ਕੀ ਹੈ ਕਿ ਜਿਹੜੀ ਉਹਨਾਂ ਦੇ ਪ੍ਰੇਮ ਦੀ ਸਾਧਨਾ ਹੈ, ਜਿਹੜੀ ਪ੍ਰਭੂ ਦੇ ਨਾਲ ਜਿਹੜੀ ਇਸਲਾਮ ਦੀ ਸਾਧਨਾ ਨੂੰ ਸੂਫੀ ਕਰਦੇ ਨੇ, ਉਹ ਉਹਨਾਂ ਦੀ ਦੂਜੀ ਜਮਾਤ ਕੋਲੋਂ ਨਹੀਂ ਹੈ। ਇਸ ਕਰਕੇ ਜਿਹੜੀ ਕੋਮਲਤਾ ਹੈ ਭਗਤੀ ਦੇ ਵਿੱਚੋਂ ਪੈਦਾ ਹੋਈ, ਭਗਤੀ ਦੇ ਵਿੱਚੋਂ ਜਿਹੜੀ ਸੰਵੇਦਨਸ਼ੀਲਤਾ ਪੈਦਾ ਹੋਈ ਹੈ, ਉਹਨੂੰ ਸੁਰੱਖਿਅਤ ਕਰਨ ਲਈ ਜਿਹੜੀ ਨਿਮਰਤਾ ਧਾਰਨ ਕਰਨੀ ਹੈ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ, ਜਿਹਨੂੰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਵੇਂ ਦਾ ਹਰੀ ਪ੍ਰਭੂ ਹੈ ਉਵੇਂ ਦਾ ਹੀ ਉਹਦਾ ਜਨ ਹੋਣਾ ਚਾਹੀਦਾ। ਹੁਣ ਇੱਥੇ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਇਹ ਪਛਾਣ ਕਿਵੇਂ ਹੋਏ ਕਿ ਹਰੀ ਜਨ ਹਰੀ ਵਰਗਾ ਹੋ ਗਿਆ, ਕਿਵੇਂ ਇਸ ਗੱਲ ਦੀ ਪਹਿਚਾਣ ਹੋਵੇ। ਤਾਂ ਹੁਣ ਇਹਨਾਂ 4 ਸਲੋਕਾਂ ਨੂੰ ਇਕੱਠੇ ਵਾਚ ਕੇ ਸਮਝ ਆਏਗੀ ਕਿ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇਹਦੀ ਸਾਧਨਾ ਦੱਸੀ ਕਿ ਤਜ ਮਨ ਕਾ ਅਭਿਮਾਨ, ਮਨ ਦਾ ਅਭਿਮਾਨ ਛੱਡਦੇ ਜਾਓ। ਜੋ ਵੀ ਜੀਵਨ ਦੇ ਵਿੱਚ ਹੈ ਉਹਦਾ ਸਾਰੇ ਦਾ ਅਭਿਮਾਨ ਛੱਡਦੇ ਜਾਓ। ਜਦੋਂ ਅਭਿਮਾਨ ਛੱਡਦਾ ਗਿਆ, ਕਿਵੇਂ? ਜਦੋਂ ਮਨੁੱਖ ਹਰੀ ਜਨ ਹੋ ਜਾਂਦਾ, ਉਹ ਅਭਿਮਾਨ ਛੱਡੇ ਦੇ ਲੱਛਣ ਕੀ ਹੁੰਦੇ ਨੇ? ਉਹਦਾ ਜਿਹੜਾ ਮੈਂ ਸ਼ਬਦ ਵਰਤਣਾ ਹੁੰਦਾ ਹੈ ਉਹ ਕੇਵਲ ਵਿਆਕਰਨਿਕ ਲੋੜ ਰਹਿ ਜਾਂਦਾ, ਗ੍ਰਾਮੈਟੀਕਲ ਪੋਜੀਸ਼ਨ ਰਹਿ ਜਾਂਦੀ ਉਹਦਾ ਮੈਂ ਸ਼ਬਦ ਵਰਤਣਾ। ਜਿਵੇਂ ਜਿਹੜੀ ਹਉਮੈ ਉਹਦੇ ਵਿੱਚ ਮੈਂ ਸ਼ਬਦ ਦਾ ਭਾਵ ਹੁੰਦਾ ਕਿ ਮਾਨਸਿਕ ਕਿਸਮ ਦੀ ਖੁਰਾਕ ਲੈਣੀ। ਪਰ ਜਿਹੜਾ ਗੁਰਸਿੱਖ ਹੈ ਜਿਹਦੇ ਜਿਹੜਾ ਤਜ ਮਨ ਕਾ ਅਭਿਮਾਨ ਜਿਹਨੇ ਕਰ ਲਿਆ ਹੁੰਦਾ ਹੈ, ਉਹ ਜਦੋਂ ਮੈਂ ਸ਼ਬਦ ਵਰਤਦਾ ਤਾਂ ਉਹ ਕੇਵਲ ਦੁਨਿਆਵੀ ਵਰਤੋਂ ਦੇ ਲਈ ਕਿ ਹਸਤੀ ਦਾ ਬੋਧ ਹੋ ਜਾਵੇ, ਪਰ ਆਪਣੀ ਹਸਤੀ ਨੂੰ ਉਹਨੇ ਬਿਲਕੁਲ ਮਨਫੀ ਕਰਕੇ ਤੂੰ ਦੇ ਅੱਗੇ ਅਰਪਣ ਕਰ ਦਿੱਤਾ ਹੈ। ਇਸ ਕਰਕੇ ਜਿਹੜੇ ਹਰ ਜਨ ਐਸਾ ਚਾਹੀਏ ਉਹਨਾਂ ਦੀ ਜ਼ਿੰਦਗੀ 'ਚ ਮੈਂ ਦੀ ਜਗ੍ਹਾ ਬਹੁਤ ਵਾਰੀ ਤੇਰਾ ਆ ਜਾਂਦਾ ਹੈ, ਤੇਰਾ ਸ਼ਬਦ ਆ ਜਾਂਦਾ। ਜਦੋਂ ਗੁਰੂ ਨਾਨਕ ਸਾਹਿਬ ਤੋਲਦਿਆਂ ਤੋਲਦਿਆਂ ਤੇਰਾ ਕਹਿ ਰਹੇ ਹਨ ਤਾਂ ਗੁਰੂ ਨਾਨਕ ਸਾਹਿਬ ਧਰਤੀ 'ਤੇ ਸਾਖੀ ਨੇਮ ਪ੍ਰਗਟਾ ਰਹੇ ਹਨ ਕਿ ਤਜ ਮਨ ਕਾ ਅਭਿਮਾਨ। ਤਜ ਮਨ ਕਾ ਅਭਿਮਾਨ ਕੀ ਹੈ ਕਿ ਮਨ ਦਾ ਅਭਿਮਾਨ ਕਹਿੰਦਾ ਕਿ ਅਸੀਂ ਐਡੇ ਵੱਡੇ ਰੁਤਬੇ 'ਤੇ ਬੈਠੇ, ਸਾਡੇ ਕੋਲ ਇੰਨੀ ਸਮਰੱਥਾ ਹੈ। ਇਹ ਦੁਨਿਆਵੀ ਬੋਧ ਹੈ ਕਿ ਐਡੇ ਵੱਡੇ ਰੁਤਬੇ 'ਤੇ ਬੈਠੇ ਨੇ, ਪਰ ਜਿਹੜਾ ਮਨ ਕਾ ਅਭਿਮਾਨ ਛੱਡ ਦਿੱਤਾ ਉਹਨੇ ਕਿਹਾ ਕਿ ਇਹ ਸਗਲ ਵਸਤ ਉਹਦੀ ਹੈ। ਜਿਵੇਂ ਹੁਣ ਜਿਹਨੇ ਤਜ ਮਨ ਦਾ ਅਭਿਮਾਨ ਛੱਡ ਦਿੱਤਾ ਪਰ ਆਪਣੀ ਹਸਤੀ ਨੂੰ ਪ੍ਰਭੂ ਦੇ ਹੁਕਮ ਵਿੱਚ ਹੀ ਰੱਖਿਆ, ਤਾਂ ਉਹ ਇਸ ਪ੍ਰਤੀਤ ਵਿੱਚ ਰਹਿੰਦਾ ਹੈ ਆਪ ਕਰਮ ਆਪ ਕਰ ਰਿਹਾ ਹੈ, ਪਰ ਉਸ ਸਾਰੇ ਕਰਮ ਨੂੰ ਪ੍ਰਭੂ ਦੇ ਉਚੇਰੇ ਰੂਪ ਨਾਲ ਜੋੜਿਆ ਹੈ ਕਿ ਆਪੇ ਗੁਰਬਾਣੀ ਵਿੱਚ ਵਾਕ ਆਉਂਦਾ ਹੈ ਕਿ ਉਹ ਆਪੇ ਸਭ ਕੁਝ ਮਾਲਕ ਤੋਲਦਾ ਪਰਖਦਾ, ਸਭ ਕੁਝ ਆਪੇ ਹੈ ਕਿ ਆਪੇ ਤੋਲ ਰਿਹਾ। ਇਸ ਕਰਕੇ ਕਰਮ ਆਪ ਕਰ ਰਿਹਾ ਹੈ, ਪਰ ਉਸ ਕਰਮ ਦੀ ਸਾਰੀ ਹਉਮੈ ਨੂੰ ਮਨਫੀ ਕਰਕੇ ਅਤੇ ਮੈਂ ਮਨ ਦੇ ਅਭਿਮਾਨ ਨੂੰ ਕੱਢ ਕੇ ਅਤੇ ਉਚੇਰੇ ਰੂਪ ਦੇ ਪ੍ਰਤੀ ਅਰਪਣ ਕਰ ਦਿੱਤਾ। ਇਸ ਕਰਕੇ ਉਹਦਾ ਉਹ ਕੀਤਾ ਹੋਇਆ ਕਰਮ ਇਹ ਸਬੂਤ ਦੇ ਰਿਹਾ ਹੈ ਕਿ ਹਰ ਜਨ ਹੋ ਗਿਆ ਹੈ। ਕਿ ਜਿਵੇਂ ਪਰਮੇਸ਼ਰ ਦੇ ਰਿਹਾ ਸੰਸਾਰ ਨੂੰ ਵਸਤ, ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ, ਜਤਾ ਹੀ ਨਹੀਂ ਰਿਹਾ। ਧਰਤੀ 'ਚੋਂ ਬੀਜ ਬੀਜਦਾ ਹੈ, ਫਸਲ ਲੈ ਲੈਂਦਾ, ਧਰਤੀ ਜਤਾਉਂਦੀ ਨਹੀਂ। ਪਾਣੀ ਲੈ ਲੈਂਦਾ, ਪਾਣੀ ਸਿੰਚਦਾ, ਪਾਣੀ ਨਹੀਂ ਜਤਾਉਂਦਾ। ਹਵਾ ਨਹੀਂ ਜਤਾਉਂਦੀ, ਸੂਰਜ ਦੀ ਰੌਸ਼ਨੀ ਨਹੀਂ ਜਤਾਉਂਦੀ। ਇੰਝ ਹੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਤੱਕੜੀ ਤੋਲਣਾ ਹੈ ਉਹਦੇ ਵਿੱਚ ਹੁਣ
ਹੈ ਤਾਂ ਉਹ ਮੋਦੀਖਾਨਾ, ਉੱਥੇ ਉਹਨਾਂ ਨੂੰ ਸਰਕਾਰੀ ਮੁਲਾਜ਼ਮਾਂ ਨੂੰ ਹੀ ਮਿਲਦਾ ਦਾਣਾ ਪਾਣੀ, ਪਰ ਗੁਰੂ ਨਾਨਕ ਸਾਹਿਬ ਜੀ ਨੇ ਹਰ ਜਨ ਹੋ ਕੇ ਉੱਥੇ ਐਸਾ ਅਭਿਆਸ ਪ੍ਰਗਟ ਕਰ ਦਿੱਤਾ ਕਿ ਦੁਨੀਆਦਾਰੀ ਦੇ ਲੋਕ ਜਿਹੜੇ ਨਹੀਂ ਵੀ ਉੱਥੋਂ ਲੈ ਸਕਦੇ ਸਨ, ਉਹਨਾਂ ਦੀ ਵੀ ਪ੍ਰਤੀਤ ਬਣ ਗਈ ਅਤੇ ਉੱਥੋਂ ਵਸਤ ਪ੍ਰਾਪਤ ਕਰਨ ਲੱਗੇ। ਇਹ ਇੱਕ ਲੱਛਣ ਹੈ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿ ਜਦੋਂ ਉਹਦੀ ਪ੍ਰਤੀਤ ਹਰੀ ਵਰਗੀ ਹੋ ਜਾਂਦੀ ਹੈ, ਉਹਦੇ ਧਰਤੀ ਦੇ ਸਾਰੇ ਰੂਪ ਹੀ ਕਲਿਆਣਕਾਰੀ ਹੋ ਜਾਂਦੇ ਨੇ, ਜਿੰਨੇ ਰੂਪਾਂ ਦੇ ਵਿੱਚ ਉਹ ਧਰਤੀ 'ਤੇ ਨਿਭਦਾ ਹੈ। ਇਹ ਪਹਿਲਾ ਸੰਕੇਤ। ਦੂਜਾ, ਹੁਣ ਕਿਸ ਪ੍ਰਕਾਰ ਪਤਾ ਲੱਗੇ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਉਹਦਾ ਦੂਜਾ ਭਾਵ ਆਪ ਦੇ ਸਨਮੁਖ ਰੱਖਦੇ ਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਥੀ ਕਉ ਦੁੱਖ ਦੇ। ਫਿਰ ਹਰ ਜਨ ਐਸਾ ਚਾਹੀਏ, ਉਹਦਾ ਸਾਰਾ ਜੀਵਨ ਪਰਉਪਕਾਰ ਦੇ ਵਿੱਚ ਢਲ ਜਾਂਦਾ ਹੈ। ਹਰ ਜਨ ਐਸਾ ਜਿਹੜਾ ਹੋ ਗਿਆ, ਮੈਂ ਲੜੀਵਾਰ ਨੁਕਤੇ ਆਪਦੇ ਸਨਮੁਖ ਰੱਖਾਂਗਾ, ਥੋੜ੍ਹਾ ਸਿਮਰਤੀ 'ਚ ਧਿਆਨ ਰੱਖਣਾ। ਪਹਿਲਾ ਨੁਕਤਾ ਹੈ ਕਿ ਉਹ ਧਰਤੀ 'ਤੇ ਆਪਣੀ ਹੋਂਦ ਲੈ ਕੇ ਵਿਚਰਦਾ ਹੈ, ਪਰ ਉਹਦੀ ਹੋਂਦ 'ਚੋਂ, ਉਹਦੇ ਕਰਮਾਂ 'ਚੋਂ ਪ੍ਰਭੂ ਕਰਮਾਂ ਦਾ ਝਲਕਾਰਾ ਪੈਂਦਾ ਹੈ। ਕਾਰ ਤਾਂ ਮੋਦੀਖਾਨੇ ਦੀ ਕੀਤੀ ਜਾ ਰਹੀ ਹੈ ਉਹ ਇੱਕ ਨੌਕਰੀ ਦਾ ਸਿਲਸਿਲਾ, ਪਰ ਉਸ ਨੌਕਰੀ ਦੇ ਸਿਲਸਿਲੇ ਵਿੱਚੋਂ ਪ੍ਰਭੂ ਦੇ ਉਚੇਰੇ ਕਰਮ ਦੀ ਸੂਝ ਪੈ ਰਹੀ ਹੈ। ਜਿਵੇਂ ਮਾਲਕ ਸਾਰਿਆਂ ਨੂੰ ਅਨੰਤ ਦਾਨ ਦਿੰਦਾ ਹੈ, ਜਿਹੜਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਰਿਹਾ, ਭਾਵੇਂ ਉਹ ਲੋੜਵੰਦ ਹੈ, ਭਾਵੇਂ ਉਹ ਗਰੀਬ ਹੈ, ਭਾਵੇਂ ਕਿਸੇ ਕੋਲ ਮਾਇਆ ਨਹੀਂ ਹੈ, ਸਾਰਿਆਂ ਨੂੰ ਇੱਕ ਸਮਾਨ ਰਿਜ਼ਕ ਪ੍ਰਾਪਤ ਹੋ ਰਿਹਾ। ਅਤੇ ਇਹ ਹਰ ਜਨ ਧਰਤੀ 'ਤੇ ਆਪਣੀ ਹਉਮੈ ਨੂੰ ਮਨਫੀ ਕਰਕੇ ਕਰਮ ਕਮਾਉਂਦਾ ਹੈ। ਇਹ ਪਹਿਲਾ ਸੰਕੇਤ ਹੈ। ਦੂਜਾ ਹੈ ਪੰਥੀ ਕਉ ਦੁੱਖ ਦੇ। ਜਦੋਂ ਜਿਹੜਾ ਹਰ ਜਨ ਹੋ ਜਾਂਦਾ ਹੈ, ਫਿਰ ਉਹ ਬੜੀ ਗਹਿਰੀ ਵਿਚਾਰ ਕਰਦਾ ਹੈ, ਬੜਾ ਗਹਿਰਾ ਅਮਲ ਪੈਦਾ ਕਰਦਾ, ਜਿਹਦੇ ਵਿੱਚੋਂ ਫਿਰ ਉਹ ਆਪਣਾ ਇੱਕ ਵੀ ਕਰਮ ਐਸਾ ਨਹੀਂ ਕਰਦਾ ਜਿਹੜਾ ਦੁਨਿਆਵੀ ਜਿੰਨੇ ਲੋਕ ਨੇ ਉਹਨਾਂ ਨੂੰ ਦੁੱਖ ਪਹੁੰਚਾਉਂਦਾ ਹੋਵੇ। ਇਸ ਕਰਕੇ ਫਿਰ ਉਹਦੀ ਕਰਮ ਦੀ ਹਾਲਤ ਪਲਟ ਜਾਂਦੀ ਹੈ। ਭਗਤ ਪੂਰਨ ਸਿੰਘ ਜੀ ਦੇ ਜੀਵਨ 'ਚ ਆਪ ਜੀ ਨੂੰ ਇਹ ਮੈਂ ਸੰਕੇਤ ਸਪਸ਼ਟ ਕਰ ਸਕਦਾ ਕਿ ਉਹ ਜਦੋਂ ਪਹਿਲੀ ਦਫਾ ਉਹਨਾਂ ਨੇ ਆਪਣੀ ਸ਼ੁਰੂ ਕੀਤੀ ਸਾਧਨਾ, ਤਾਂ ਉਹ ਕੀ ਕਰਦੇ ਸਨ, ਜਿਸ ਮਾਰਗ 'ਤੇ ਚੱਲਦੇ ਸਨ ਉੱਥੋਂ ਰਸਤੇ ਵਿੱਚ ਉਹਨਾਂ ਨੇ ਕੂੜਾ ਕਰਕਟ ਚੁਗੀ ਜਾਣਾ, ਕੰਢੇ ਚੁਗੀ ਜਾਣੇ, ਰੋੜੇ ਆਦਿਕ ਹਟਾ ਦੇਣੇ। ਕਿ ਇੱਕ ਦਫਾ ਉਹਨਾਂ ਨੂੰ ਕਿਸੇ ਨੇ ਪੁੱਛਿਆ ਕਿ ਇਹ ਤੁਸੀਂ ਕਿਉਂ ਕਰਦੇ ਹੋ, ਤਾਂ ਉਹ ਕਹਿਣ ਲੱਗਾ ਕਿ ਇਹ ਦੁੱਖ ਪੈਦਾ ਕਰਦੇ ਨੇ ਰਾਹੀ ਦੇ ਵਿੱਚ, ਰਾਹੀ ਦੇ ਕਦਮਾਂ ਦੇ ਵਿੱਚ, ਅਤੇ ਇਹਨਾਂ ਨੂੰ ਚੁਗਣਾ, ਇਹਨਾਂ ਨੂੰ ਹਟਾਉਣਾ ਮੇਰੀ ਜਿਹੜੀ ਧਰਮ ਦਾ ਕਰਮ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪੰਥੀ ਕਉ ਦੁੱਖ ਦੇ। ਜਿਹੜਾ ਹਰ ਜਨ ਹੋ ਜਾਂਦਾ ਹੈ, ਉਹ ਆਪਣੇ ਅਮਲ ਨੂੰ ਇੰਨਾ ਜ਼ਿਆਦਾ ਧਾਰਨ ਕਰ ਲੈਂਦਾ, ਇੰਨਾ ਜ਼ਿਆਦਾ ਪ੍ਰਭੂ ਦੇ ਨਾਲ ਇੱਕ ਸੁਰ ਕਰ ਲੈਂਦਾ ਹੈ ਕਿ ਜਗਤ ਦੇ ਵਿੱਚ ਜਿੰਨਾ ਦੁੱਖ ਪੈਦਾ ਹੋਣਾ ਹੈ, ਉਹ ਸਾਰੇ ਦੁੱਖ ਨੂੰ ਆਪਣਾ ਦੁੱਖ ਬਣਾ ਲੈਂਦਾ। ਆਪਣੀ ਹਸਤੀ ਮਨਫੀ ਕਰਕੇ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਮੰਨਣਾ, ਦੂਜੇ ਦੀ ਲੋੜ ਨੂੰ ਆਪਣਾ ਲੋੜ ਮੰਨਣਾ, ਦੂਜੇ ਦੇ ਅਗਿਆਨ ਨੂੰ। ਹੁਣ ਇਸੇ ਗੱਲ ਦੀ ਪ੍ਰਮਾਣੀ 'ਚ ਪ੍ਰਮਾਣ ਦੇ ਦਿਆਂ। ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਸੁਣੇ ਨਾ, ਉਹਦੇ ਵਿੱਚ ਜ਼ਿਕਰ ਆਉਂਦਾ, ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਹੁਣ ਜਗਤ ਨੇ ਮਰਨਾ ਹੈ, ਜੰਮਣਾ, ਇਹ ਤਾਂ ਸਿਲਸਿਲਾ ਅਟੱਲ ਹੈ, ਪਰ ਭਗਤ ਦੇ ਉਦਾਸ ਹੋਣ ਦਾ ਕਾਰਨ ਕੀ ਹੈ ਕਿ ਉਹ ਹਰ ਜਨ ਹੋ ਗਿਆ ਹੈ। ਜਿਵੇਂ ਮਾਤਾ ਪਿਤਾ ਬੱਚੇ ਨੂੰ ਪਾਲਦੇ ਵੀ ਨੇ, ਪਰਵਰਿਸ਼ ਵੀ ਦਿੰਦੇ ਨੇ, ਸਾਰਾ ਕੁਝ ਦਿੰਦੇ ਨੇ, ਫਿਰ ਵੀ ਨਾ ਕਾਮਯਾਬ ਹੋ ਜਾਏ ਤਾਂ ਦੁੱਖ ਪੈਦਾ ਹੁੰਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਇਸੇ ਤਰ੍ਹਾਂ ਆਖਦੇ ਹਨ ਕਿ ਜਿਹੜਾ ਹਰ ਜਨ ਹੋ ਗਿਆ ਹੈ, ਉਹ ਧਰਤੀ 'ਤੇ ਜਿਹੜੀ ਦੁੱਖਾਂ ਵਿੱਚ ਦੁਨਿਆਵੀ ਜਗਤ ਪਿਸ ਰਿਹਾ ਹੈ, ਅਗਿਆਨ ਕਰਕੇ ਜਾਂ ਜਬਰ ਕਰਕੇ ਜਾਂ ਵਿਕਾਰਾਂ ਦੀ ਮਾਰ ਕਰਕੇ, ਉਹ ਇਸ ਦੁੱਖ ਨੂੰ ਵੀ ਬਰਦਾਸ਼ਤ ਨਹੀਂ ਕਰਦਾ। ਉਹ ਇਸ ਦੁੱਖ ਨੂੰ ਟਰੀਟ ਕਰਨ ਦੇ ਲਈ, ਇਹਨੂੰ ਘਟਾਉਣ ਦੇ ਲਈ, ਇਹਨੂੰ ਖਤਮ ਕਰਨ ਦੇ ਲਈ ਹਰ ਦਫਾ ਯਤਨ ਕਰਦੇ। ਇਸ ਕਰਕੇ ਸੰਤ ਦਾ ਜਿਹੜਾ ਪਰਉਪਕਾਰ ਹੈ, ਉਹ ਅੱਜ ਦੀ ਮੋਟੀਵੇਸ਼ਨਲ ਸਪੀਕਿੰਗ ਵਰਗਾ ਨਹੀਂ ਹੁੰਦਾ ਕਿ ਜੀ ਤੁਸੀਂ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਇੱਕ ਅਧਿਆਤਮ ਦਾ ਸਿਲਸਿਲਾ, ਉਵੇਂ ਦਾ ਨਹੀਂ ਹੁੰਦਾ। ਸੰਤ ਦੀ ਜਿਹੜੀ ਪਰਉਪਕਾਰ ਹੈ, ਉਹ ਧਰਤੀ ਦੇ ਸਾਰੇ ਦੁੱਖ ਨੂੰ ਉਹਨੇ ਆਪਣੇ ਸਰੀਰ 'ਤੇ ਇਕੱਠਾ ਹੀ ਧਾਰਨ ਕੀਤਾ ਹੁੰਦਾ ਹੈ। ਅਤੇ ਇਸ ਕਰਕੇ ਸੰਤ ਦਾ ਜਿਹੜਾ, ਮੈਂ ਕਿਸੇ ਮਹਾਤਮਾ ਦੇ ਬਚਨ ਸੁਣੇ, ਉਹਨਾਂ ਨਿੱਜ ਆਪਣਾ ਅਨੁਭਵ ਮੇਰੇ ਨਾਲ ਸਾਂਝਾ ਕੀਤਾ, ਤਾਂ ਕਹਿਣ ਲੱਗੇ ਦੁਨੀਆ ਸਮਝਦੀ ਹੈ ਕਿ ਜਿਹੜੀ ਸੰਤ ਹੈ, ਮੈਂ ਸ਼ੁੱਧ ਸੰਤਾਂ ਦੀ ਗੱਲ ਕਰ ਰਿਹਾ, ਦੂਜਿਆਂ ਦੀ ਨਹੀਂ। ਕਹਿੰਦੇ ਦੁਨੀਆ ਸਮਝਦੀ ਹੈ ਕਿ ਸੰਤ ਬੜੇ ਆਰਾਮ ਨਾਲ ਬੈਠਾ ਹੈ, ਪਰ ਜੇ ਸੰਤ ਦੇ ਜੀਵਨ ਨੂੰ ਦੇਖੋ ਤਾਂ ਉਹਨੇ ਆਪਣੇ ਆਪ ਨੂੰ ਕੰਡਿਆਂ ਦੇ ਉੱਪਰ ਟਿਕਾਇਆ ਹੁੰਦਾ। ਕਿਉਂ? ਕਿਉਂਕਿ ਜਿਹੜਾ ਉਹਦੇ ਕੋਲ ਆ ਰਿਹਾ, ਸੰਤ ਕੋਲੋਂ ਦਿਵ ਦ੍ਰਿਸ਼ਟੀ ਹੁੰਦੀ ਹੈ, ਉਹ ਦਿਵ ਦ੍ਰਿਸ਼ਟੀ ਦੇ ਨਾਲ ਸਾਰਿਆਂ ਦੇ ਜੀਵਨ ਨੂੰ ਦੇਖ ਰਿਹਾ ਹੁੰਦਾ ਕਿ ਇਹਦਾ ਜੀਵਨ ਵਿਕਾਰਾਂ ਦੀ ਮਾਰ 'ਚ ਫਸਿਆ ਹੈ, ਇਹਦਾ ਅਗਿਆਨ ਦੀ ਮਾਰ 'ਚ ਹੈ, ਇਹਦਾ ਦਵੈਤ ਦੀ ਮਾਰ 'ਚ ਹੈ, ਇਹ ਜਬਰ ਦੇ ਵਿੱਚ। ਅਤੇ ਇਸ ਕਰਕੇ ਸੰਤ ਆਪਣੀ ਹਸਤੀ ਮਨਫੀ ਕਰ ਚੁੱਕਾ ਹੁੰਦਾ ਹੈ। ਜਿਵੇਂ ਹਰ ਜਨ ਐਸਾ ਚਾਹੀਏ ਦਾ ਭਾਵ ਕੀ ਹੈ ਕਿ ਜਿਵੇਂ ਸਾਰੇ ਜੀਵ ਜਦੋਂ ਦੁੱਖ ਦੀ ਪੁਕਾਰ ਕਰਦੇ ਨੇ, ਰੱਬ ਅੱਗੇ ਕਰਦੇ ਨੇ, ਅਤੇ ਜਿਹੜਾ ਹਰੀ ਜਨ ਹੈ, ਉਹ ਰੱਬ ਦੇ ਇਸ ਸੁਭਾਵ ਨੂੰ ਆਪਣੇ ਉੱਪਰ ਧਾਰਨ ਕਰਦਾ ਅਤੇ ਦੁਨਿਆਵੀ ਸਾਰੇ ਦੁੱਖਾਂ ਨੂੰ ਆਪਣੀ ਸ਼ਰਨ ਲੈ ਆਉਂਦਾ ਹੈ।
ਤੇ ਫਿਰ ਜਿੰਨਾ ਉਹਦੇ ਕੋਲੋਂ ਪ੍ਰਭੂ ਦਾ ਤਾਣ ਹੁੰਦਾ ਹੈ ਉਹ ਸਾਰਾ ਹੀ ਅਰਪਣ ਕਰਕੇ ਧਰਤੀ ਤੋਂ ਜਿਹੜਾ ਦੁੱਖ ਪਸਰਿਆ ਹੋਇਆ ਹੈ ਉਹਨੂੰ ਖਤਮ ਕਰਦਾ ਹੈ। ਹਰ ਜਨ ਕਿਵੇਂ ਹੁੰਦਾ? ਮਹਾਤਮਾ ਬੁੱਧ ਨੇ 4 ਦ੍ਰਿਸ਼ ਦੇਖੇ। ਰਾਜ ਮਹਿਲ ਵਿੱਚ ਰਹਿਣ ਵਾਲੇ ਸਨ, ਰਾਜਕੁਮਾਰ ਸਨ, ਕੀ ਲੋੜ ਸੀ ਗਿਆਨੀ ਹੋਣ ਦੀ? ਰਾਜ ਮਹਿਲ ਛੱਡਿਆ ਕਿਉਂਕਿ ਆਪਣੀ ਹਸਤੀ ਮਨਫੀ ਹੋ ਗਈ, ਧਰਤੀ ਦੇ ਦੁੱਖ ਨੂੰ ਵੀ ਭਗਤੀ ਬਣਾ ਲਿਆ। ਰਾਜ ਮਹਿਲ ਛੱਡ ਕੇ ਇੱਕ ਮਹਾਤਮਾ ਹੋ ਗਏ। ਨਿਰਵਾਣ ਪ੍ਰਾਪਤੀ ਦੇ ਨਾਲ ਜਿਹੜਾ ਹੈ ਉਹਨਾਂ ਨੇ ਗਿਆਨ ਪੈਦਾ ਕੀਤਾ ਅਤੇ ਗਿਆਨ ਦੇ ਨਾਲ ਜਗਤ ਨੂੰ ਸੁਖੀ ਕੀਤਾ। ਅੱਜ ਇੱਕ ਸਮਾਂ ਸੀ ਭਾਰਤ ਦੇ ਵਿੱਚੋਂ ਬੁੱਧ ਧਰਮ ਸਿਮਟ ਗਿਆ। ਅੱਜ ਦੇਖੋ ਏਸ਼ੀਆ ਜਿਹੜਾ ਹੈ, ਯੂਰਪ, ਉਹਦੇ ਵਿੱਚ ਦੁਬਾਰਾ ਉਹ ਧਰਮ ਪ੍ਰਫੁੱਲਤ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਅਮਰੀਕਾ, ਇੰਗਲੈਂਡ ਵਰਗੇ ਮੁਲਕਾਂ ਨੇ ਬੁੱਧਿਜ਼ਮ ਦੀ ਜਿਹੜੀ ਹੈ ਇੱਕ ਨਵੀਂ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ। ਧਰਤੀ ਦੇ ਦੁੱਖ ਨੂੰ ਪਾਲਣਾ ਸ਼ੁਰੂ ਕਰ ਦਿੰਦਾ ਅਤੇ ਦੁੱਖ ਦੇ ਲਈ ਆਪਣੀ ਸਾਰੀ ਸੇਵਾ ਦੁੱਖ ਦੀ ਨਿਵਰਤੀ ਲਈ ਲਾ ਲੈਂਦਾ ਹੈ। ਇਹ ਹਰ ਜਨ ਦਾ ਦੂਜਾ ਲੱਛਣ ਹੁੰਦਾ। ਤੀਜਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਜੋ ਉੱਡ ਲਾਗੈ ਅੰਗ। ਜਿਹੜਾ ਹਰੀ ਜਨ ਹੋ ਜਾਂਦਾ ਹੈ ਫਿਰ ਉਹਨੇ ਧਰਤੀ 'ਤੇ ਪਰਮੇਸ਼ਰ ਦਾ ਸ਼ੁੱਧ ਗਿਆਨ, ਉਹਦੀ ਹਸਤੀ ਦਾ ਸ਼ੁੱਧ ਗਿਆਨ ਪੈਦਾ ਕਰਨਾ ਹੁੰਦਾ ਹੈ। ਇਸ ਕਰਕੇ ਜਦੋਂ ਗੁਰੂ ਸਾਹਿਬ ਸਾਨੂੰ ਆਖਦੇ ਨੇ ਕਿ ਮੜੀ ਕਬਰ ਦੀ ਪੂਜਾ ਨਹੀਂ ਕਰਨੀ, ਤਾਂ ਉਹਦਾ ਭਾਵ ਇਹ ਹੈ ਕਿ ਉਹਨੂੰ ਲੱਗਦਾ ਕਿ ਜੇ ਇਹਨਾਂ ਕਰਮ ਕਰਨਾ ਤਾਂ ਇਹਨਾਂ ਦੀ ਕਰਮ ਦੀ ਸਾਰੀ ਊਰਜਾ ਇਹਨਾਂ ਦੇ ਅਸਲ ਕਰਮ ਵਾਲੇ ਪਾਸੇ ਲੱਗੇ। ਇਸ ਕਰਕੇ ਜੋ ਉੱਡ ਲੱਗ ਗਏ ਅੰਗ, ਕਿ ਜਿਵੇਂ ਬਸਤਰ ਲੱਗ ਲੱਗ ਕੇ ਮਲੀਨ ਹੋ ਜਾਂਦੇ ਨੇ, ਧੂੜ ਲੱਗ ਲੱਗ ਕੇ, ਜਿਹੜੀ ਦੁਨਿਆਵੀ ਲੋਕ ਭਗਤੀ ਮਾਰਗ 'ਤੇ ਚੱਲ ਕੇ ਕਰਮ ਕਾਂਡਾਂ ਵਿੱਚ ਫਸੇ ਨੇ ਅਤੇ ਕਰਮ ਕਾਂਡਾਂ ਦੀ ਹਉਮੈ ਇਹਨਾਂ ਨੂੰ ਦਵਾਈ ਜਾ ਰਹੀ ਹੈ। ਜਿਵੇਂ ਮੈਂ ਬੜੀ ਵਾਰੀ ਤੀਰਥਾਂ 'ਤੇ ਗਿਆ ਜੀ, ਮੈਂ ਬੜਾ ਦਾਨ ਪੁੰਨ ਕੀਤਾ, ਮੈਂ ਬੜੇ ਇਸ ਤਰ੍ਹਾਂ ਦੇ ਕਰਮ। ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਜਿਹੜਾ ਹਰ ਜਨ ਹੈ ਉਹ ਇਸ ਹਉਮੈ ਨੂੰ ਵੀ ਨਿਵਰਤ ਕਰਨ ਦੇ ਵੱਲ ਆਪਣਾ ਸਾਰਾ ਯਤਨ ਲਗਾ ਦਿੰਦਾ। ਇਸ ਕਰਕੇ ਜਿੱਥੇ ਜਿੱਥੇ ਭਗਤ ਸਾਹਿਬਾਨਾਂ ਨੇ ਕਰਮ ਕਾਂਡ ਨੂੰ ਰੱਦ ਕੀਤਾ ਜਾਂ ਕਿਸੇ ਤਰੀਕੇ ਨਾਲ ਉਹਦੀ ਇੱਕ ਗਿਆਨਮਈ ਆਲੋਚਨਾ ਕੀਤੀ ਹੈ, ਉਹਦਾ ਭਾਵ ਇਹ ਸੀ ਕਿ ਜਿਹੜੀ ਕਰਮ ਮੁਖੀ ਮੈਲ ਜੀਵਾਂ ਦੇ ਉੱਪਰ ਬਣਨੀ ਹੈ ਤਾਂ ਉਹ ਵੀ ਸਾਰੀ ਦੂਰ ਹੋ ਜਾਵੇ, ਤਾਂ ਕਿ ਉਹਨਾਂ ਦੇ ਜੀਵਨ ਦਾ ਵਹਿਣ ਬਣਿਆ ਰਹੇ। ਉਹਦੇ ਵਿੱਚ 3 ਉਦਾਹਰਣਾਂ ਨਾਲ ਹੀ ਸਮਝ ਆ ਸਕਦੀਆਂ ਨੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਹਰ ਜਨ ਹੋ ਜਾਂਦਾ ਹੈ ਉਹ ਦੁਨਿਆਵੀ ਕਰਮ ਕਾਂਡ ਜਿਹੜਾ ਧਰਮ ਦੇ ਅਸਲ ਮਕਸਦ ਨੂੰ ਪ੍ਰਭਾਵਿਤ ਕਰ ਰਿਹਾ ਹੁੰਦਾ ਹੈ ਉਹਨੂੰ ਵੀ ਪੂਰੀ ਤਰ੍ਹਾਂ ਹਟਾਉਣ ਦਾ ਯਤਨ ਕਰਦਾ। ਫਿਰ ਉਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਯਾਤਰਾਵਾਂ ਨਿਕਲਦੀਆਂ ਨੇ। ਇਹ ਹਰ ਜਨ ਦੇ ਹੀ ਲੱਛਣ ਨੇ ਕਿ ਉਹ ਸਾਰਾ ਜੀਵਨ ਉਹਦੇ ਰੂਪ ਅਨੁਸਾਰ ਹੋ ਕੇ ਅਰਪਣ ਕਰ ਦਿੰਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਇਸ ਕਰਕੇ ਇੰਨੇ ਵੱਡੇ ਗੁਣਾਂ ਦੀ ਕਮਾਈ ਵਾਲਾ ਜਿਹੜਾ ਬੰਦਾ ਜਦੋਂ ਧਰਤੀ 'ਤੇ ਵਿਚਰਦਾ ਹੈ ਅਤੇ ਉਹ ਨਿਮਰਤਾ ਦੀ ਸਾਧਨਾ ਹਉਮੈ ਨੂੰ ਨਿਵਰਤ ਕਰਕੇ ਇਉਂ ਕਮਾਉਂਦਾ ਹੈ ਤਾਂ ਫਿਰ ਉਹ ਪ੍ਰਭੂ ਰੂਪ ਹੋ ਕੇ ਧਰਤੀ 'ਤੇ ਵਿਚਰਦਾ। ਇੱਕ ਪ੍ਰਮਾਣ ਆਪਦੇ ਸਰਮੁਖ ਰੱਖਦਿਆਂ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਇੱਕ ਪ੍ਰਮਾਣ ਕਿ ਕਿਸੇ ਜਗ੍ਹਾ ਕਹਿੰਦੇ ਇੱਕ ਬੜੀ ਉੱਤਮ ਕਿਸਮ ਦਾ ਮਹਾਤਮਾ ਰਹਿੰਦਾ ਸੀ। ਉਹ ਇੱਕ ਦਫਾ ਜੰਗਲ ਦੇ ਵਿੱਚ 4 ਕਿਸਮ ਦੇ ਲੋਕ ਗਏ। ਇੱਕ ਅਪਰਾਧੀ ਗਿਆ। ਅਪਰਾਧੀ ਉਹਦੇ ਪਾਸ ਜਾ ਕੇ ਬੈਠਾ, ਕੁਝ ਸਮਾਂ ਬੈਠ ਕੇ ਆਇਆ ਅਤੇ ਮਹਾਤਮਾ ਜਦੋਂ ਅਪਰਾਧੀ ਉਹਦੇ ਕੋਲ ਜਾ ਕੇ ਬੈਠਾ ਤਾਂ ਉਸ ਮਹਾਤਮਾ ਨੇ ਉਹਨੂੰ ਕਿਹਾ, ਕਹਿੰਦਾ ਕਿ ਭਾਰ ਬੜਾ ਦੁਨੀਆ ਚੁੱਕਦੀ ਹੈ ਪਰ ਐਸਾ ਭਾਰ ਨਹੀਂ ਚੁੱਕਣਾ ਚਾਹੀਦਾ ਜਿਹੜਾ ਮੁੜ ਕੇ ਸਿਰ ਤੋਂ ਲਏ ਹੀ ਨਾ। ਕਹਿੰਦਾ ਅਸੀਂ ਦੂਜਾ ਭਾਰ ਚੁੱਕਦੇ ਹਾਂ, ਉਤਾਰ ਲੈਂਦੇ ਹਾਂ, ਪਰ ਐਸਾ ਭਾਰ ਨਹੀਂ ਚੁੱਕਣਾ ਚਾਹੀਦਾ ਜਿਹੜਾ ਮੁੜ ਕੇ ਲਹੇ ਨਾ। ਮਹਾਤਮਾ ਨੇ ਆਪਣੇ ਆਪ ਨੂੰ ਸੰਬੋਧਨ ਹੋ ਕੇ ਕਿਹਾ। ਅਪਰਾਧੀ ਸੁਣ ਕੇ ਬਾਹਰ ਆ ਗਿਆ। ਇਤਨੇ ਸਮੇਂ ਨੂੰ ਇੱਕ ਮਾਇਆਧਾਰੀ ਕਿਸਮ ਦਾ ਮਨੁੱਖ ਗਿਆ। ਕਹਿਣ ਲੱਗਾ ਜੋੜਨਾ ਬੜਾ ਕੁਝ ਚਾਹੀਦਾ ਹੈ ਪਰ ਕੁਝ ਐਸਾ ਵੀ ਜੋੜਨਾ ਚਾਹੀਦਾ ਜਿਹਨੂੰ ਕੋਈ ਖੋ ਨਾ ਸਕੇ। ਮਾਇਆਧਾਰੀ ਉਪਦੇਸ਼ ਸੁਣ ਕੇ ਆ ਗਿਆ। ਕੋਈ ਤੀਜੀ ਕਿਸਮ ਦਾ ਇਨਸਾਨ ਜਿਹੜਾ ਅਜੇ ਮਨ ਦੇ ਵਿੱਚ ਸੋਚ ਵਿਚਾਰ ਕਰ ਰਿਹਾ ਸੀ ਭਗਤੀ ਕਰਮ ਦੇ ਲਈ, ਉਹ ਮਹਾਤਮਾ ਨੂੰ ਕਹਿਣ ਲੱਗਾ ਸੋਚ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ ਪਰ ਸੋਚ ਵਿਚਾਰ ਐਸੀ ਨਾ ਕੀਤੀ ਜਾਵੇ ਕਿ ਜਿਹੜੀ ਕਰਮਾਂ ਦੇ ਨਿਰਣਾ ਕਰਨ ਦੇ ਵਿੱਚ ਹੀ ਸਮੱਸਿਆ ਪੈਦਾ ਕਰ ਦੇ। ਫਿਰ ਚੌਥੀ ਕਿਸਮ ਦਾ ਇੱਕ ਮਨੁੱਖ ਗਿਆ ਜਿਹੜਾ ਰਾਜ ਮਦ ਦੇ ਵਿੱਚ, ਹੰਕਾਰ ਦੇ ਵਿੱਚ ਪੂਰਾ ਮੱਤਿਆ ਹੋਇਆ ਸੀ। ਤਾਂ ਇਸੇ ਪ੍ਰਕਾਰ ਜਦੋਂ ਚੌਥੀ ਕਿਸਮ ਦਾ ਮਨੁੱਖ ਗਿਆ, ਉਸ ਮਹਾਤਮਾ ਨੇ ਕਿਹਾ ਕਿ ਇੱਕ ਕਿਣਕੇ ਤੋਂ ਵੱਧ ਜੀਵ ਦੀ ਹਸਤੀ ਕੋਈ ਨਹੀਂ, ਪਰ ਕਮਾਲ ਇਹ ਹੈ ਕਿ ਕਿਣਕਾ ਵੀ ਹੰਕਾਰ ਕਰੀ ਫਿਰਦਾ ਕਿ ਮੈਂ ਪਰਬਤ ਹੋ ਗਿਆ। ਉਹ ਚੌਵੇਂ ਜਦੋਂ ਇਕੱਠੇ ਮਿਲੇ ਇੱਕ ਜਗ੍ਹਾ ਆ ਕੇ, ਜਿਹੜੇ ਮਹਾਤਮਾ ਕੋਲ ਹੋ ਕੇ ਆਏ ਸਨ, ਤਾਂ ਉਹ ਕਹਿਣ ਲੱਗੇ, ਉਹਨਾਂ ਕਿਹਾ ਕਿ ਸਾਰਿਆਂ ਨੇ ਇੱਕੋ ਵਾਰੀ ਇਕੱਠਿਆਂ ਨੇ ਕਿਹਾ ਕਿ ਮਹਾਤਮਾ ਦੇ ਕੋਲ ਬੜਾ ਦੀਰਘ ਗਿਆਨ ਹੈ। ਅਤੇ ਕਹਿਣ ਲੱਗਾ ਤੈਨੂੰ ਕੀ ਕਿਹਾ? ਉਹਨਾਂ ਚੌਵਾਂ ਨੇ ਆਪਸ ਦੇ ਵਿੱਚ ਵਿਚਾਰ ਕੀਤੀ। ਫਿਰ ਵਿਚਾਰ ਕਰਨ ਤੋਂ ਬਾਅਦ ਫਿਰ ਇਕੱਠੇ ਗਏ ਤਾਂ ਉਹ ਕਹਿਣ ਲੱਗੇ ਤੁਹਾਨੂੰ ਕਿਵੇਂ ਅਨੁਭਵ ਹੋਇਆ ਕਿ ਅਸੀਂ ਇਸ ਤਰ੍ਹਾਂ ਦੇ ਕਰਮ ਕਰਨ ਵਾਲੇ ਹਾਂ? ਉਹ ਕਹਿਣ ਲੱਗਾ ਕਿ ਹੁਣ ਮੈਂ ਧਰਤੀ 'ਤੇ ਪ੍ਰਭੂ ਦਾ ਸਾਖੀ ਰੂਪ ਹੋ ਗਿਆ ਹਾਂ
ਤੇ ਜੀਵਾਂ ਦੇ ਸਮੁੱਚੇ ਕਰਮ ਮੇਰੇ ਸਾਹਮਣੇ ਦਿਨ ਦੇ ਉਜਾਲੇ ਵਾਂਗ ਸਪਸ਼ਟ ਹਨ। ਦਿਨ ਦੇ ਉਜਾਲੇ ਵਾਂਗ ਸਪਸ਼ਟ ਹਨ ਤੇ ਬਿਨਾਂ ਉਹਨਾਂ ਦੀ ਕਿਸੇ ਗੱਲ ਨੂੰ ਕਹਿਆਂ, ਬਿਨਾਂ ਵਾਚਿਆਂ ਜੋ ਪ੍ਰਭੂ ਦੀ ਸੱਦ ਧਰਤੀ 'ਤੇ ਬਣਦੀ ਹੈ ਮੈਂ ਉਹਨੂੰ ਪ੍ਰਗਟਾ ਰਿਹਾ। ਇਸ ਕਰਕੇ ਸੰਤ ਪੁਰਖ ਉਹ ਹੁੰਦਾ ਹੈ ਜਿਹੜਾ ਧਰਤੀ 'ਤੇ ਪਰਮੇਸ਼ਰ ਦਾ ਨਿਸ਼ਾਨ ਬਣ ਕੇ ਵਰਤ ਰਿਹਾ ਹੁੰਦਾ ਹੈ। ਜਿਵੇਂ ਇੱਕ ਬੰਦੇ ਦੀ ਹਸਤੀ ਉਹਦੇ ਨਿਸ਼ਾਨ ਦੇ ਵਿੱਚ, ਨਿਸ਼ਾਨ ਦਾ ਮਤਲਬ ਸਿਗਨੇਚਰ, ਜਿਵੇਂ ਸਾਡੀ ਹਸਤੀ, ਜਿਵੇਂ ਸਾਡੇ ਕਿਤੇ ਸਿਗਨੇਚਰ ਹੋ ਜਾਣ ਤਾਂ ਉੱਥੇ ਸਾਡੀ ਹਸਤੀ ਥੋੜ੍ਹੀ ਬਹੁਤੀ ਕੈਦ ਹੋ ਜਾਂਦੀ, ਉੱਥੋਂ ਪਤਾ ਲੱਗ ਜਾਂਦਾ ਕਿ ਫਲਾਣੇ ਬੰਦੇ ਦੇ ਦਸਤਖਤ ਹਨ। ਇਸੇ ਤਰ੍ਹਾਂ ਉਹ ਸੰਤ ਪੁਰਸ਼ ਉਹਨਾਂ ਚੌਵਾਂ ਨੂੰ ਕਹਿਣ ਲੱਗਾ ਕਿ ਜਿਹੜਾ ਪਰਮੇਸ਼ਰ ਦਾ ਪਿਆਰਾ ਹੁੰਦਾ ਹੈ ਉਹ ਧਰਤੀ 'ਤੇ ਦਸਤਖਤ ਹੁੰਦਾ ਹੈ, ਕਿ ਪ੍ਰਮਾਣ ਹੁੰਦਾ ਧਰਤੀ ਦੇ ਉੱਪਰ ਕਿ ਕੋਈ ਰੱਬੀ ਸੱਤਾ ਹੈ ਜਿਹੜੀ ਧਰਤੀ ਨੂੰ ਆਪਣੀ ਦਇਆ ਦੇ ਨਾਲ, ਆਪਣੀ ਗਿਆਨ ਦੇ ਨਾਲ, ਆਪਣੀ ਨਵਾਜ਼ਿਸ਼ ਦੇ ਨਾਲ, ਆਪਣੇ ਸੂਰਬੀਰ ਕਰਮਾਂ ਦੇ ਨਾਲ ਫੀਡ ਕਰ ਰਹੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਤਾਂ ਹੁਣ ਇਸ ਹਰ ਜਨ ਨੂੰ ਇਤਿਹਾਸ ਦੇ ਪ੍ਰਪੇਖ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਤਾਰਿਆ। ਹੁਣ ਦੇਖੋ, ਜਿਹੜਾ ਗੁਰੂ ਸਾਹਿਬਾਨਾਂ ਨੇ 1469 ਤੋਂ ਨਿਰਮਲ ਪੰਥ ਦੀ ਆਰੰਭ ਕਰਕੇ 1699 ਵਿੱਚ ਸਾਜਨਾ ਕੀਤੀ ਹੈ, ਇਹਦੇ ਵਿੱਚ ਅਨੇਕਾਂ ਪ੍ਰਮਾਣ ਐਸੇ ਪਏ ਨੇ ਜਿਹਦੇ ਤੋਂ ਬਾਰ-ਬਾਰ ਸਪਸ਼ਟ ਹੋ ਜਾਂਦਾ ਹੈ ਕਿ ਜਿਨ੍ਹਾਂ ਨੇ, ਤਾਂ ਕਰਕੇ ਜਦੋਂ ਗੁਰੂ ਸਾਹਿਬ ਜੀ ਨੇ ਆਪਣਾ ਹੀ ਰੂਪ ਸਾਜ ਦਿੱਤਾ ਤਾਂ ਉਦੋਂ ਗੁਰੂ ਸਾਹਿਬ ਜੀ ਨੂੰ ਸਪਸ਼ਟ ਹੋ ਗਿਆ ਕਿ ਹੁਣ ਖਾਲਸੇ ਵਿੱਚ ਉਹੀ ਗੁਣ ਨੇ ਜਿਹੜੇ ਇੱਕ ਗੁਰ ਸਰੂਪ ਵਿੱਚ ਹੁੰਦੇ ਨੇ ਤੇ ਧਰਤੀ 'ਤੇ ਉਹਨਾਂ ਨੂੰ, ਤਾਂ ਕਰਕੇ ਗੁਰਬਾਣੀ 'ਚ ਗੁਰੂ ਸਾਹਿਬ ਜੀ ਨੇ ਵਾਕ ਕਿ ਆਤਮ ਰਸ ਜੋ ਜਾਣਨੀ ਸੋ ਹੈ ਖਾਲਸ, ਦੇਵ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਭੇਵ, ਕਿ ਜਿਨ੍ਹੇ ਗੁਰੂ ਜੀਵਨ ਦੀ ਵੱਡੀ ਸ਼ੁੱਧਤਾ ਨੂੰ ਕਮਾਇਆ। ਅੱਜ ਅਸੀਂ ਸਿੱਖ ਨਾਮ ਧਰਾਉਂਦੇ ਹਾਂ, ਸਾਡਾ ਜੀਵਨ ਦਾ ਅੱਧਾ ਪਚੱਧਾ ਜਿਹੜਾ ਹੈ ਕਰਮਸ਼ੀਲਤਾ ਹੈ ਉਹ ਗੁਰਸਿੱਖੀ ਦੇ ਆਸ਼ੇ ਅਨੁਸਾਰ ਨਹੀਂ ਹੁੰਦੀ। ਸਾਡੇ ਕੋਲ ਧਨ ਹੈ, ਉਹਦਾ ਹਿੱਤ ਕੇਵਲ ਆਪਣੇ ਆਪ ਦੇ ਲਈ, ਗਿਆਨ ਹੈ ਉਹਦਾ ਹਿੱਤ ਕੇਵਲ ਆਪਣੇ ਆਪ ਦੇ ਲਈ। ਅਤੇ ਹਰ ਜਨ ਜਿਹੜਾ ਗੁਰੂ ਸਾਹਿਬ ਜੀ ਨੇ ਸਿੱਖ ਬਣਾਇਆ, ਚਾਹੇ ਕੋਈ ਵੀ ਦੇਖ ਲਓ ਗੁਰੂ ਕਾਲ ਦਾ ਸਿੱਖ, ਉਹਦੀ ਸਾਰਾ ਜੀਵਨ ਗੁਰੂ ਦੇ ਲਈ ਫੀਡ ਹੁੰਦਾ ਜਾਂ ਧਰਤੀ 'ਤੇ ਰੱਬੀ ਨਿਜ਼ਾਮ ਜਿਹੜੇ ਪੈਦਾ ਹੋਣੇ ਉਹਨਾਂ ਲਈ ਫੀਡ ਹੁੰਦਾ ਹੈ। ਉਹ ਨਿੱਜ ਨੂੰ ਤਾਂ ਕਿਤੇ ਫੀਡ ਕਰਦਾ ਹੀ ਨਹੀਂ ਆਪਣੇ ਆਪ ਨੂੰ, ਕਿਉਂਕਿ ਉਹ ਆਪਣੀ ਸਾਰੀ ਹਉਂ ਹੀ ਮਨਫੀ ਕਰ ਚੁੱਕਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਪਾਨੀ ਹੁਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਬਾਣੀ 'ਚ ਵਾਕ ਨੇ ਹਰ ਹਰ ਜਨ ਦੁਈ ਏਕ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁੱਖ ਵਾਕ। ਬਿਬ ਵਿਚਾਰ ਕਛ ਨਾਹੀਂ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਏ। ਕਹਿੰਦੇ ਜਦੋਂ ਸਾਗਰ ਵਿੱਚੋਂ ਲਹਿਰਾਂ ਉੱਠਦੀਆਂ ਨੇ ਉਹ ਵੱਖਰੀਆਂ ਲੱਗਦੀਆਂ ਨੇ, ਇਵੇਂ ਹਰੀ ਦੇ ਜਨ ਜਦੋਂ ਦੁਨੀਆ ਵਿੱਚ ਵਿਚਰਦੇ ਹਨ ਵੱਖਰੇ ਲੱਗਦੇ ਹਨ, ਪਰ ਅਸਲ ਦੇ ਵਿੱਚ ਉਹ ਆਪਣੇ ਮਾਲਕ ਨਾਲ ਜੁੜ ਕੇ ਉਹਦਾ ਪ੍ਰਮਾਣ ਹੋ ਕੇ ਵਿਚਰ ਰਹੇ ਹੁੰਦੇ ਹਨ। ਅਤੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਬਿਬ ਵਿਚਾਰ ਕਛ ਨਾਹੀਂ ਜਲ ਤੇ ਉਪਜ ਤਰੰਗ ਜੋ, ਜਿਵੇਂ ਜਲ ਵਿੱਚੋਂ ਤਰੰਗਾਂ ਉਪਜਦੀਆਂ ਨੇ ਫਿਰ ਸਮਾ ਜਾਂਦੀਆਂ ਨੇ, ਇਵੇਂ ਹੀ ਉਹ ਪਰਮੇਸ਼ਰ ਦੇ ਪਿਆਰੇ ਉਹਦੇ ਵਿੱਚ ਉਪਜਦੇ ਨੇ, ਆਪਣੀ ਕੋਈ ਹਉਂ ਨਹੀਂ ਬਣਾਉਂਦੇ, ਕੇਵਲ ਪਰਮੇਸ਼ਰ ਦੀ ਸਾਖੀ ਰੂਪ ਹੋ ਕੇ ਵਿਚਰਦੇ ਨੇ ਅਤੇ ਧਰਤੀ 'ਤੇ ਪ੍ਰਮਾਣ ਸਪਸ਼ਟ ਕਰ ਜਾਂਦੇ ਹਨ ਕਿ ਉਹ ਪ੍ਰਭੂ ਦੇ ਅਸੀਮ ਗੁਣ ਕਿੱਡੇ ਵੱਡੇ ਹੋਣਗੇ, ਕਿਉਂਕਿ ਉਹਨਾਂ ਜੀਵਨ ਢਾਲ ਕੇ ਕਮਾਇਆ ਹੁੰਦਾ ਹੈ। ਜਦੋਂ ਅੱਜ ਤੋਂ 3 ਦਿਨ ਪਹਿਲਾਂ ਇਸ ਸ਼ਲੋਕ ਦੀ ਲੜੀਵਾਰ ਵਿਆਖਿਆ ਆਰੰਭ ਹੋਈ ਸੀ ਤਾਂ ਉਹਦੇ ਵਿੱਚ ਆਪ ਦੇ ਸਨਮੁਖ ਨੁਕਤਾ ਇੱਕ ਅਰਜ਼ ਕੀਤਾ ਸੀ ਵਿਚਾਰ ਦੇ ਅੰਤਰਗਤ ਕਿ ਜਦੋਂ ਮਨੁੱਖ ਨੇ ਹਉਂ ਦੀ ਸਾਧਨਾ ਕਰਨੀ ਹੈ, ਨਿਮਰਤਾ ਦੇ ਗੁਣ ਨੂੰ ਧਾਰਨ ਕਰਨਾ ਹੈ, ਤਾਂ ਉਹਦੇ ਸਾਹਮਣੇ ਜਿਹੜਾ ਆਦਰਸ਼ ਹੈ ਉਹ ਗੁਰੂ ਦਾ ਹੀ ਹੋਣਾ ਚਾਹੀਦਾ ਹੈ ਕਿ ਗੁਰੂ ਨੇ ਆਪਣੇ ਜੀਵਨ ਦੇ ਵਿੱਚ ਕਿੰਨੀ ਸਰਵਪੱਖਤਾ ਕਮਾਈ ਹੈ। ਕਿਤੇ ਗੁਰੂ ਦਾ ਰੌਦਰ ਰੂਪ ਹੈ। ਹੁਣ ਜਿਵੇਂ ਗੁਰੂ ਸਾਹਿਬ ਦੀ ਜੰਗਾਂ ਦਾ ਨਿਜ਼ਾਮ ਹੈ, ਮਨੁੱਖ ਕਹੇਗਾ ਇਹਦੇ ਵਿੱਚੋਂ ਨਿਮਰਤਾ ਦਾ ਗੁਣ ਕੀ ਹੈ। ਇਹਦੇ ਵਿੱਚੋਂ ਨਿਮਰਤਾ ਦਾ ਗੁਣ ਇਸ ਪ੍ਰਕਾਰ ਚੱਲਦਾ ਹੈ ਕਿ ਇੱਕ ਜਿਹੜਾ ਜ਼ੁਲਮੀ ਝੱਖੜ ਵਗਦਾ ਆ ਰਿਹਾ ਉਹ ਧਰਤੀ ਦੀ ਬੰਦਗੀ ਨੂੰ ਵੀ ਪ੍ਰਭਾਵਿਤ ਕਰੇਗਾ, ਧਰਤੀ ਦੇ ਮਜ਼ਲੂਮ ਨੂੰ ਵੀ ਪ੍ਰਭਾਵਿਤ ਕਰੇਗਾ ਅਤੇ ਹਰੇਕ ਕਿਸੇ ਲਈ ਉਹ ਸੰਕਟ ਹੀ ਹੈ ਕਿਸੇ ਨਾ ਕਿਸੇ ਨੁਕਤੇ ਤੋਂ। ਪਰ ਇਸ ਸੰਕਟ ਦੇ ਸਾਹਮਣੇ ਜੇ ਇੱਕ ਖੜ ਜਾਵੇ ਤਾਂ ਇਹ ਸਾਰਾ ਸੰਕਟ ਰੋਕਿਆ ਜਾ ਸਕਦਾ ਹੈ। ਜ਼ਿਕਰ ਆਇਆ ਨਾ ਪੰਥੀ ਕਉ ਦੁੱਖ ਦੇ, ਇਹਨਾਂ ਸਾਰਿਆਂ ਦਾ ਦੁੱਖ ਮੇਰਾ ਦੁੱਖ ਬਣ ਜਾਏ ਅਤੇ ਉਸ ਦੁੱਖ ਨੂੰ ਉਸ ਜ਼ੁਲਮੀ ਝੱਖੜ ਦੇ ਸਾਹਮਣੇ ਖਿਲਾਰ ਦੇਣਾ, ਇਹ ਵੀ ਗੁਰੂ ਦੀ ਨਿਮਰਤਾ ਦਾ ਇੱਕ ਬਾਰੀਕ ਰੂਪ ਹੈ ਜਿਹਨੂੰ ਅਸੀਂ ਨਹੀਂ ਬੁੱਝਦੇ ਕਈ ਵਾਰ ਜਦੋਂ ਇਤਿਹਾਸ ਦਾ ਬਿਰਤਾਂਤ ਸੁਣ ਰਹੇ ਹੁੰਦੇ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਏ। ਉਹਦੀ ਹਸਤੀ ਇੰਨੇ ਗੁਣਾਂ ਦੇ ਨਾਲ ਭਰਪੂਰ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਕੇ ਨਵਾਜਦੇ ਹਨ। 3 ਦਿਨਾਂ ਦੇ ਵਿੱਚ ਇਹਨਾਂ 4 ਸ਼ਲੋਕਾਂ ਦੀ ਵਿਚਾਰ ਪੂਰੀ ਹੋਈ ਹੈ। ਸਾਰ ਰੂਪ ਦੇ ਵਿੱਚ ਆਪਦੇ ਸਨਮੁਖ ਫਿਰ ਅਰਜ਼ ਕਰਦਿਆਂ
ਕਿ ਜੀਵਨ ਦੇ ਵਿੱਚ ਨਿਮਰਤਾ ਨੂੰ ਅਧਿਆਤਮਕ ਗੁਣ ਕਰਕੇ ਧਾਰਨ ਕਰੀਏ, ਤਾਂ ਕਿ ਸਾਡੀ ਹਉ ਨਿਵਰਤ ਹੋ ਜਾਏ। ਜਦੋਂ ਹਉ ਨਿਵਰਤ ਹੋ ਜਾਏਗੀ ਫਿਰ ਹੀ ਸਾਡੀ ਹਸਤੀ ਜਿਹੜੀ ਹੈ ਉਹ ਪਰਮੇਸ਼ਰ ਦੇ ਰੂਪ ਵਿੱਚ ਢਲ ਕੇ ਅਤੇ ਧਰਤੀ ਦਾ ਕਲਿਆਣ ਕਰ ਸਕੇਗੀ, ਧਰਮਸਾਲ ਦੇ ਰੂਪ ਵਿੱਚ ਇੱਥੇ ਨਿਭ ਸਕੇਗੀ। ਗੁਰੂ ਕਿਰਪਾ ਕਰੇ ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਅਤੇ ਸਾਡੇ ਜੀਵਨ ਦੀ ਇੱਕ ਚਾਹਨਾ ਬਣੇ ਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਅਤੇ ਇਹਦੇ ਲਈ ਸਾਨੂੰ ਗੁਰੂ ਨੇ 2 ਨਿਜ਼ਾਮ ਉਪਲਬਧ ਕਰਵਾਏ ਨੇ ਕਿ ਪਹਿਲਾਂ ਸਿੱਖ ਹੋ ਕੇ ਸ਼ਬਦ ਦੀ ਸਾਧਨਾ ਕਰ। ਜਦੋਂ ਤੇਰਾ ਜੀਵਨ ਭਗਤੀ ਦੇ ਗੁਣਾਂ ਨਾਲ ਸੁਸੱਜਿਤ ਹੋ ਜਾਵੇ ਅਤੇ ਫਿਰ ਤੂੰ ਗੁਰੂ ਕੇ ਖੰਡੇ ਬਾਟੇ ਦੀ ਪਹੁਲ ਲੈ ਕੇ ਗੁਰੂ ਦੇ ਸੱਜੇ ਹੋਏ ਰੂਪ ਦੇ ਵਿੱਚ ਢਲ ਕੇ ਪ੍ਰਵਾਨ ਚੜ੍ਹ ਜਾ। ਗੁਰੂ ਕਿਰਪਾ ਕਰੇ ਆਸ਼ਾ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਜੀ ਦੇ ਸਨਮੁਖ ਪਾਵਨ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ